देश दुनिया च बसते पंजाबियों को खुशामदीद। मैं हरजिंदर सिंह रंधावा, तुस देख रहे हो पंजाब टैलीविजन और मेरे नाल ने जथेदार सेवा सिंह सेखवा साबका वजीर और इन्हां दे नाल ने सरदार इकबाल सिंह लालपुरा जिहड़े कि पुलिस के वड्डे अधिकारी वजों रिटायर होए हुण और भाजपा दे विच अजकल वड्डे अहुदे ते ने। सेखवा साहब, साडे समयां दे विच इंज लगदा जिद्दां सब कुछ ही अपहरण कर लिया गया हुंदा, अगवा कर लिया गया हुंदा, साडे सिस्टम नूं लकवा मार गया। हर खेतर दे विच एक अजीब तरह की बेचैनी है। ये पंजाब नूं किहड़ियां तशबीहां दईए? हुण तां जिहड़ा इतिहास है जां साडा अतीत आ वो साडा मूँह चढ़ाउंदा है। कदे इंज लगन लगदा है कि वो सब झूठ सी जां अज सब झूठ है। दोनां दे विच फैसला नहीं कर हुंदा। मैं आप दोवां नूं स्वागत कहना जी आया आखदा जी। वाहिगुरू जी का खालसा, वाहिगुरू जी की वाहिगुरू जी की फतेह। रंधावा साहब, मैं लालपुरा साहब सेखवा साहब तो शुरू करना चाहूँगा क्योंकि ਜਿਹੜੀ एक्टिव पॉलिटिक्स है ਇਹਦੇ ਵਿੱਚ जो वापर रहा अजकल, जो समाजिक सरोकार ने और जिस तरीके नाल पुलिस प्रशासन ते दूजा प्रशासन जिस तरीके नाल सियासतां दे नाल चलदा है, ਉਹਦੇ ਵਿੱਚੋਂ ਸਾਨੂੰ ਸਮੇਧ ਸੈਣੀ ਵਰਗੇ ਜਿਹੜੇ ਕੇਸ ਨੇ ਜਦੋਂ ਸਾਹਮਣੇ ਆਉਂਦੇ ਆ, ਫਿਰ ਕਿਸੇ ਦਾ ਯਕੀਨ ਨਹੀਂ ਵੱਜਦਾ ਕਿ ਇਸ ਖਿੱਤੇ ਦੇ ਵਿੱਚ ਹੁਣ ਕਿੰਨੀ ਦੇਰ ਤੱਕ ਤੁਸੀਂ ਇੱਜ਼ਤ ਆਬਰੂ ਤੇ ਮਾਣ ਸਨਮਾਨ ਨਾਲ ਤੁਰ ਸਕਦੇ ਹੋ। ਸੇਖਵਾ ਸਾਹਿਬ, ਇਹ ਸਿਆਸਤਾਂ ਦਾ ਇਹ ਗੱਠ ਜੋੜ ਇਹ ਸਾਨੂੰ ਇੱਥੋਂ ਤੱਕ ਲੈ ਆ, ਕਦੇ ਤੁਹਾਨੂੰ ਉਮੀਦ ਸੀ? ਰੰਧਾਵਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਚੈਨਲ ਤੇ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨਾਲ ਰੂਬਰੂ ਹੋਣ ਦਾ। ਤੇ ਹੋਰ ਵੀ ਖੁਸ਼ੀ ਆ ਕਿ ਸਿੱਖ ਕੌਮ ਦੇ ਵਿਦਵਾਨ ਲਾਲਪੁਰਾ ਸਾਹਿਬ ਨਾਲ ਮੈਨੂੰ ਇਹ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ। ਜਿਹੜੀ ਗੱਲ ਤੁਸੀਂ ਕੀਤੀ ਆ ਕਿ ਪੰਜਾਬ ਦੀ ਤਰਾਸਦੀ ਆ ਜੀ, ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਪੁੱਛਣਗੀਆਂ ਕਿ ਜਿਹੜੇ ਪਹਿਲਾਂ ਲੀਡਰਸ਼ਿਪ ਜਾਂ ਲੋਕ ਜਾਂ ਵਿਦਵਾਨ ਲੋਕ ਹੋਏ ਨੇ ਉਹਨਾਂ ਨੇ ਪੰਜਾਬ ਵਾਸਤੇ ਕੀ ਕੀਤਾ ਜੋ ਅੱਜ ਪੰਜਾਬ ਦੇ ਹਾਲਾਤ ਬਣ ਗਏ ਨੇ। ਅਸੀਂ ਉਹ ਮਿਹਣੇ ਖਾਣ ਦੇ ਹੱਕਦਾਰ ਹਾਂ ਜੀ। ਜਿਹੜੇ ਲੋਕ ਅਸੀਂ ਲੀਡਰ ਕੌਣ ਹੈ, ਲੀਡਰ ਕੌਣ ਹੈ ਜਿਹੜਾ ਲੀਡ ਕਰਦਾ ਜੀ। ਜੇ ਉਹ ਲੀਡ ਚੰਗੀ ਦੇਵੇ ਆਪਣੀ ਕੌਮ ਨੂੰ, ਆਪਣੇ ਸੂਬੇ ਨੂੰ, ਆਪਣੇ ਦੇਸ਼ ਨੂੰ, ਤਾਂ ਉਹਦੀ ਵਾਹਵਾ ਹੋਏਗੀ। ਤੇ ਜੇ ਉਹਦੇ ਵਿੱਚ ਕਮੀਆਂ ਰਹਿ ਜਾਂਦੀਆਂ ਨੇ ਤੇ ਫਿਰ ਬਦਨਾਮੀ ਵੀ ਉਹਨੂੰ ਹੀ ਖੱਟਣੀ ਪੈਣੀ ਆ। ਮੈਂ ਦੋਵੇਂ ਬਾਹਾਂ ਖੜੀਆਂ ਕਰਕੇ ਸਵੀਕਾਰ ਕਰਨਾ ਕਿ ਪਿਛਲੇ ਸਮੇਂ ਵਿੱਚ ਜਿਹੜੀ ਵੀ ਲੀਡਰਸ਼ਿਪ ਹੋਈ ਆ ਉਹ ਜਿੰਨਾ ਵੱਡਾ ਸੀ ਉਹਨਾਂ ਵੱਡਾ ਗੁਨਾਹਗਾਰ ਆ ਤੇ ਜਿੰਨਾ ਕੋਈ ਛੋਟਾ ਸੀ ਉਹਨਾਂ ਥੋੜਾ ਗੁਨਾਹਗਾਰ ਆ। ਲੇਕਿਨ ਸਾਰੀ ਦੀ ਸਾਰੀ ਟੀਮ ਗੁਨਾਹਗਾਰ ਆ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਨੇ। ਤੇ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਆ, ਮੈਂ ਤੁਹਾਡੇ ਚੈਨਲ ਨੂੰ ਲਗਾਤਾਰ ਵੇਖਣਾ ਆ, ਜਿਹੜੇ ਤੁਹਾਡੇ ਅੰਦਰ ਦੀ ਤੜਪ ਆ ਕਿ ਪੰਜਾਬ ਦਾ ਕੁਝ ਬਣੇ ਤੇ ਜਿਹੋ ਜਿਹੀਆਂ ਪਰਸਨੈਲਿਟੀਆਂ ਤੁਸੀਂ ਆਪਣੇ ਚੈਨਲ ਤੇ ਲਿਆ ਕੇ ਉਹਨਾਂ ਨਾਲ ਵਿਚਾਰ ਸਾਂਝੇ ਕਰਦੇ ਹੋ ਪੰਜਾਬ ਦੀ ਭਵਿੱਖ ਵਾਸਤੇ, ਪੰਜਾਬ ਦੀ ਬਿਹਤਰੀ ਵਾਸਤੇ, ਮੈਨੂੰ ਖੁਸ਼ੀ ਆ ਕਿ ਚਲੋ ਕੋਈ ਸਹੀ, ਕੋਈ ਹਰਿਆ ਬੂਟ ਰਿਓਰੀ ਕੋਈ ਤੇ ਹੈ ਜਿਹਨੂੰ ਇਸ ਗੱਲ ਦੀ ਜਿਹਦੇ ਮਨ ਵਿੱਚ ਤੜਪ ਆ। ਤੇ ਮੈਨੂੰ ਆਸ ਲੱਗਦੀ ਆ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਜਿਹੜੇ ਇਹ ਯਤਨ ਨੇ ਇਹਨਾਂ ਨੂੰ ਸਫਲਤਾ ਦਾ ਬੂਰ ਪਵੇਗਾ ਕਿ ਜੋ ਹਾਲਾਤ ਪਿੱਛੇ ਬਣ ਕੇ ਅੱਜ ਪੰਜਾਬ ਦੇ ਬਣੇ ਆ ਇਹਨਾਂ 'ਚ ਜ਼ਰੂਰ ਸੁਧਾਰ ਹੋਊਗਾ। ਸੇਖਵਾ ਸਾਹਿਬ, ਬਹੁਤ ਧੰਨਵਾਦ। ਤੁਸੀਂ ਬੜੇ ਸੋਹਣੇ ਸ਼ਬਦ ਵਰਤੇ ਆ, ਪਰ ਸਾਡੇ ਕੋਲ ਹੁਣ ਬਚਿਆ ਕੁਝ ਨਹੀਂ। ਦਰਅਸਲ ਅਸੀਂ ਜਿਸ ਮੋੜ ਤੇ ਖੜੇ ਆ ਹੁਣ ਇੱਥੇ ਜਮਾ ਘਟਾਓ ਨਹੀਂ ਕਿ ਮੈਨੂੰ ਕੀ ਮਿਲਿਆ, ਮੇਰਾ ਗਵਾਚਿਆ ਕੀ। ਇਹ ਤਾਂ ਯੁੱਧ ਹੈ ਜਿਹੜੇ ਲੜਨੇ ਪੈਣੇ। ਜੇ ਨਹੀਂ ਲੜਾਂਗੇ ਤੇ ਫਿਰ ਇਹਦੀ ਪਛਾਣ ਕੋਈ ਨਹੀਂ ਬਚਣੀ। ਜਿਹੜੇ ਲੋਕ ਚਲੇ ਗਏ, ਜਿਹੜੇ ਸੋਚਦੇ ਅਸੀਂ ਵਧੀਆ ਦੇਸ਼ਾਂ 'ਚ ਚਲੇ ਗਏ, ਉਹਨਾਂ ਦੂਜੀ ਤੀਜੀ ਪੀੜ੍ਹੀ 'ਚ ਜਾ ਕੇ ਉਧਰ ਖਪਤ ਹੋ ਜਾਣਾ। ਤੇ ਜਿਹੜਾ ਸਾਡਾ ਇਹ ਖਿੱਤਾ ਹੈ, ਮੇਰੇ ਖਿਆਲ ਇਤਿਹਾਸ ਬਦਲਦੇ ਰਹਿੰਦੇ ਆ, ਕਈ ਨਵੀਆਂ ਕੌਮਾਂ ਆ ਜਾਂਦੀਆਂ ਚਲੇ ਜਾਂਦੀਆਂ, ਪਰ ਜਿਹੜੀ ਸਿੱਖਾਂ ਦੀ ਇੱਕ ਪਹਿਲ ਤਾਜ਼ਗੀ ਧਾਰਮਿਕ ਤੌਰ ਤੇ, ਅਧਿਆਤਮਿਕ ਤੌਰ ਤੇ, ਕਲਚਰਲ, ਅਸੀਂ ਉਹ ਗਵਾਉਂਦੇ ਜਾਵਾਂਗੇ। ਸਭ ਤੋਂ ਵੱਡਾ ਨੁਕਸਾਨ ਉਹਨਾਂ ਲੋਕਾਂ ਨੇ ਕੀਤਾ ਜਿਹੜੇ ਸਾਡੇ ਸਭ ਤੋਂ ਵੱਡੇ ਅਲੰਬਰਦਾਰ ਸੀ, ਸਾਡੇ ਸਰਬਰਾਹ ਬਣੇ ਸੀ ਆਪੇ। ਉਹਨਾਂ ਲੋਕਾਂ ਨੇ ਸਾਨੂੰ ਵੇਚਿਆ, ਥਾਂ ਪੁਰ ਥਾਂ ਵੇਚਿਆ। ਉਦਾਹਰਨਾਂ ਇਕੱਠੀਆਂ ਹੋਈ ਜਾਂਦੀਆਂ, ਸਾਹਮਣੇ ਆਈ ਜਾਂਦੀਆਂ। ਲਾਲਪੁਰਾ ਸਾਹਿਬ, ਜਦੋਂ ਮੈਂ ਇਹ ਕੇਸ ਦੇਖਦਾ ਹਾਂ, ਇਹਨੂੰ ਬਹੁਪਰਤੀ ਦੇਖਣਾ ਪਊਗਾ ਸਾਨੂੰ। ਗੱਲ ਇਹ ਨਹੀਂ ਕਿ ਸਮੇਧ ਸੈਣੀ ਨੇ ਕੀ ਕੀਤਾ ਔਰ ਕੋਰਟ ਕੀ ਕਹਿੰਦੀ ਆ, ਅੱਜ ਉਹਨਾਂ ਤੇ ਪਰਚਾ ਦਰਜ ਹੋਇਆ ਨਹੀਂ ਹੋਇਆ। ਸਵਾਲ ਤਾਂ ਇਸ ਤੋਂ ਵੀ ਵੱਡੇ ਆ
ਕਿ ਆਖਰ ਜਿਨ੍ਹਾਂ ਲੋਕਾਂ ਨੇ ਸਾਡੀ ਰਾਖੀ ਕਰਨੀ ਸੀ ਉਹਨਾਂ ਦੇ ਵਿੱਚ ਬਾਦਲ ਕੇ ਵੀ ਸ਼ਾਮਲ ਹੈ, ਉਹ ਜਿਨ੍ਹਾਂ ਨੇ ਇਹੋ ਜਿਹੇ ਲੋਕਾਂ ਨੂੰ ਵਧੀਆ ਜਗ੍ਹਾ ਦਿੱਤੀਆਂ। ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਇਹਨੂੰ ਕਿਵੇਂ ਪਰਿਭਾਸ਼ਿਤ ਕਰਾਂਗੇ ਆਉਂਦੇ ਸਮਿਆਂ 'ਚ ਕਿ ਜੇ ਇਲਜ਼ਾਮ ਵੀ ਲੱਗਣ, ਮੈਂ ਨਹੀਂ ਕਹਿੰਦਾ ਇਹ ਕੋਰਟ ਦੇ ਮਸਲੇ ਆ ਕੀ ਹੋਣਾ ਕੀ ਨਹੀਂ, ਬੜੇ ਵੱਡੇ ਲੋਕ ਆ, ਇਹਨਾਂ ਦੇ ਆਪਣੇ ਵੱਡੇ ਮਸਲੇ ਆ, ਲੇਕਿਨ ਜੇ ਇਲਜ਼ਾਮ ਵੀ ਲੱਗਣੇ ਬੜੇ ਖਤਰਨਾਕ ਹੁੰਦੇ ਆ ਕਿ ਜਿਨ੍ਹਾਂ ਦੀ ਜ਼ਿੰਮੇਵਾਰੀ ਸਾਡੀ ਸੁਰੱਖਿਆ ਸੀ ਉਹਨਾਂ ਦੇ ਉੱਤੇ ਇਹ ਦੋਸ਼, ਤੇ ਜਿਨ੍ਹਾਂ ਨੇ ਇਹਨਾਂ ਨੂੰ ਚੁਣਿਆ ਤੇ ਜਿਨ੍ਹਾਂ ਨੇ ਸਭ ਤੋਂ ਵੱਡੇ ਅਹੁਦੇ ਦਿੱਤੇ ਤੇ ਜਿਨ੍ਹਾਂ ਨੇ ਅੱਜ ਪ੍ਰੋਟੈਕਟ ਕੀਤਾ, ਬੜੇ ਵੱਡੇ ਸਵਾਲ ਆ ਕੌਮ ਦੇ ਉਹਨਾਂ ਵੱਡੇ ਆਗੂਆਂ ਤੇ ਜਿਨ੍ਹਾਂ ਨੇ ਪਤਾ ਨਹੀਂ ਕਿਤੇ ਜਵਾਬ ਦੇਣਾ ਵੀ ਆ ਕਿ ਨਹੀਂ ਦੇਣਾ। ਲਾਲਪੁਰਾ ਸਾਹਿਬ। ਰੰਧਾਵਾ ਸਾਹਿਬ, ਮੈਂ ਨਾ ਇਹਨੂੰ ਥੋੜੀ ਜਿਹੀ ਤੁਹਾਨੂੰ ਪੁਲਿਸ ਦੀ ਬੈਕਗ੍ਰਾਉਂਡ 'ਚ ਲੈ ਕੇ ਜਾਵਾਂ ਜੀ। 1861 ਦੇ ਵਿੱਚ ਜਦੋਂ ਪੁਲਿਸ ਬਣੀ ਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜੀ, ਤੇ ਅੰਗਰੇਜ਼ ਨੇ ਇੱਕ ਨਿਯਮ ਬਣਾਏ ਔਰ ਉਹਦੇ ਤੇ ਪਹਿਰਾ ਵੀ ਦਿੱਤਾ ਜੀ ਕਿ ਪੁਲਿਸ ਆਪਣਾ ਕੰਮ ਕਰੇ, ਜੁਡੀਸ਼ਰੀ ਆਪਣਾ ਕੰਮ ਕਰੇ। ਔਰ ਪੁਲਿਸ ਨੂੰ ਉਹਨਾਂ ਨੇ ਕਦੇ ਮੌਕਾ ਨਹੀਂ ਦਿੱਤਾ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਜਿਸ ਤਰ੍ਹਾਂ ਲਵੇ ਜਿਵੇਂ ਫੇਕ ਐਨਕਾਊਂਟਰ ਹੋਣ ਜੀ। ਉਹਨਾਂ ਨੇ ਜੇ ਰਾਜਸੀ ਲੋਕ ਸੀ ਉਹਨਾਂ ਨਾਲ ਬੜਾ ਤਸ਼ੱਦਦ ਵੀ ਕੀਤਾ। ਜਲਿਆਂਵਾਲੇ ਬਾਗ ਦੀ ਫਾਇਰਿੰਗ ਵੀ ਹੋਈ, ਦੂਜੀ ਜਗ੍ਹਾ ਨਰਿਆਣੂ ਮਹੰਤ ਨੂੰ ਵੀ ਉਹਨਾਂ ਨੇ ਪੁਸ਼ਟ ਪਨਾਹੀ ਦਿੱਤੀ, ਲੇਕਿਨ ਜਦੋਂ ਕਾਨੂੰਨ ਦੇ ਜਦੋਂ ਸਜ਼ਾ ਦੇਣ ਦੀ ਗੱਲ ਆਈ ਤੇ ਝੂਠਾ ਮੁਕਾਬਲਾ ਨਹੀਂ ਕੀਤਾ ਜੀ। ਇਹ ਗੱਲ ਉਹਨਾਂ ਨੇ ਬੜਾ ਰੱਖਿਆ। ਇਸੇ ਕਰਕੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਹੋਏ ਜਾਂ ਰਾਜਗੁਰੂ ਹੋਏ ਜਾਂ ਸੁਖਦੇਵ ਜੀ ਹੋਏ, ਇਹਨਾਂ ਨੂੰ ਭਾਵੇਂ ਝੂਠੀ ਕਚਹਿਰੀ 'ਚ ਹੀ ਪੇਸ਼ ਕੀਤਾ ਗਿਆ, ਇੱਕ ਵਾਰੀ ਉਹਨਾਂ ਨੂੰ ਪੇਸ਼ ਜ਼ਰੂਰ ਕੀਤਾ ਗਿਆ ਜੀ। ਹੁਣ ਗੱਲ ਇਹ ਸੀ, ਇਸੇ ਤਰ੍ਹਾਂ ਹੀ ਸਰਦਾਰ ਊਧਮ ਸਿੰਘ ਨੂੰ ਵੀ ਕਚਹਿਰੀ 'ਚ ਪੇਸ਼ ਕੀਤਾ ਗਿਆ। ਉੱਥੇ ਜੇ ਉਹਨਾਂ ਨੇ ਸਰੈਂਡਰ ਕਰ ਦਿੱਤਾ ਤੇ ਕਿਸੇ ਨੇ ਮਾਰਿਆ ਜੀ। ਲੇਕਿਨ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਨਾ, ਅਸੀਂ ਇਸ ਗੱਲ ਨੂੰ ਜੁਡੀਸ਼ਰੀ ਨੂੰ ਆਪਣੀ ਜਗ੍ਹਾ ਸਟਰੋਂਗ ਕਰਨ ਦੀ ਥਾਂ ਪੁਲਿਸ ਨੂੰ ਪਾਵਰਾਂ ਦੇ ਦਿੱਤੀਆਂ ਕਿ ਤੁਸੀਂ ਜੋ ਕਰੋ, ਜੋ ਕਰ ਸਕਦੇ ਹੋ। ਇਹ ਗੱਲ ਪਹਿਲਾਂ ਨੈਕਸਲਾਈਟਾਂ ਵੇਲੇ ਸ਼ੁਰੂ ਹੋਈ ਜੀ। ਹੁਣ ਵੇਖਣ ਵਾਲੀ ਗੱਲ ਸੀ ਉਸ ਨੈਕਸਲਾਈਟਾਂ ਵੇਲੇ ਸਰਕਾਰ ਕਿਹਦੀ ਜੀ। ਅਸੀਂ ਇੱਕ ਪਾਸੇ ਦਾ ਸਿੱਖ ਜਿਹੜੇ ਹੈ, ਸਾਰਾ ਸਾਡਾ ਖਾਲਸਾ ਪੰਥ ਹੈਗਾ, ਸਾਡੇ ਲਈ ਕਿੱਡੀ ਮਾਣ ਦੀ ਗੱਲ ਹੈ ਕਿ ਸਿਰਫ ਸਾਡਾ 40 ਸਾਲ ਤੋਂ 50 ਸਾਲ ਦੇ ਕਰੀਬ ਰਾਜ ਰਿਹਾ ਇੱਥੇ ਖਾਲਸਾ ਰਾਜ ਜੀ। ਔਰ 2 ਸਿਲੈਕਸ਼ਨਾਂ ਹੋਈਆਂ ਵਰਲਡ ਦੇ ਵਿੱਚ ਜੀ। ਇੱਕ ਹੋਈ ਹੁਣ ਪਿੱਛੇ 2 ਮਹੀਨੇ ਪਹਿਲਾਂ ਕਿ ਦੁਨੀਆ ਦਾ ਬਿਹਤਰੀਨ ਬਾਦਸ਼ਾਹ ਕੌਣ ਸੀ, ਤੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਅੰਗਰੇਜ਼ਾਂ ਨੇ ਪੇਸ਼ ਕੀਤਾ ਔਰ ਉਹਨਾਂ ਨੇ ਚੁਣਿਆ ਕਿ ਉਹ ਵਾਕਈ ਬਿਹਤਰੀਨ ਬਾਦਸ਼ਾਹ ਹੈ, ਅੱਜ ਤੱਕ ਦਾ ਬਾਦਸ਼ਾਹ ਹੋਇਆ। ਜੇ ਕੋਈ ਜਰਨੈਲ ਹੋਇਆ ਤੇ ਹਰੀ ਸਿੰਘ ਨਲੂਆ ਚੁਣਿਆ ਗਿਆ। ਉਹਨਾਂ ਦੇ ਕੀ ਗੁਣ ਸੀ? ਕੋਈ ਬੰਦਾ ਉਹਨਾਂ ਦੇ ਨੇ ਆਪਣੇ ਦੁਸ਼ਮਣ ਨੂੰ ਵੀ ਨਹੀਂ ਮਾਰਿਆ, ਉਹਦੀ ਵੀ ਰੋਟੀ ਦਾ ਇੰਤਜ਼ਾਮ ਕੀਤਾ ਹੈ। ਇਹਨੂੰ ਅਸੀਂ ਖਾਲਸਾ ਰਾਜ ਦਾ ਕਨਸੈਪਟ ਜਿਹੜਾ ਹੈ ਨਾ, ਜਿੱਥੇ ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਕਦੇ ਨਹੀਂ ਸੀ ਤੀਸਰੀ ਜਾਤ ਵਾਲੀ ਗੱਲ ਕਰਦੇ ਆ ਜੀ। ਲੇਕਿਨ ਪੰਜਾਬ ਦੇ ਵਿੱਚ ਹੀ ਜੇ ਨੈਕਸਲਾਈਟਾਂ ਵੇਲੇ ਵੀ ਇਹ ਹੋਇਆ ਕਿ ਇਹਨਾਂ ਨੂੰ ਮਾਰ ਦਿਓ, ਤੇ ਜੇ ਪੁਲਿਸ ਮਾਰਦੀ ਹੈ ਤੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜੀ। ਹੁਣ ਇਸ ਤੋਂ ਬਾਅਦ ਜਦੋਂ ਮਿਲੀਟੈਂਸੀ ਆਈ ਹੈ, ਪਹਿਲਾਂ ਤਾਂ ਆਈ ਕਿਉਂ ਜਦੋਂ 1978 ਚ ਨਿਰੰਕਾਰੀ ਕੇਸ ਹੋਇਆ, ਉਹਦੀ ਤਫਤੀਸ਼ ਦੇ ਵਿੱਚ ਮੈਂ ਵੀ ਵਿੱਚ ਨਾਲ ਸੀਗਾ। ਜਿਹੜੇ ਬੰਦੇ ਨੇ ਗਵਾਹੀ ਤੋਂ ਬਹਿ ਗਿਆ ਉਹਨੂੰ ਫਿਰ ਮੁੜ ਕੇ ਕਿਉਂ ਤੁਸੀਂ ਉਹਦੇ ਖਿਲਾਫ ਐਕਸ਼ਨ ਨਹੀਂ ਲਿਆ? ਉਹਨੂੰ ਮੌਕਾ ਦਿੱਤਾ ਇੰਸਪੈਕਟਰ ਤੋਂ ਐਸਐਸਪੀ ਬਣਨ ਦਾ, ਔਰ ਉਸ ਤੋਂ ਬਾਅਦ 2 ਸਾਲ ਐਕਸਟੈਂਸ਼ਨ ਵੀ ਦਿੱਤੀ ਉਹਨੂੰ ਜੀ, ਜਿਹਦੀ ਗਵਾਹੀ ਤੋਂ ਬਰੀ ਹੋਇਆ। ਤੇ ਜੇ ਬਰੀ ਹੋ ਗਿਆ ਤੇ ਅਪੀਲ ਕਿਉਂ ਨਹੀਂ ਕੀਤੀ ਜੀ? ਇਹ ਤਾਂ ਸਾਡਾ ਫਰਜ਼ ਸੀ ਕਿ ਅਸੀਂ ਜੁਡੀਸ਼ਰੀ ਤੋਂ ਜਵਾਬ ਲੈਂਦੇ, ਜੁਡੀਸ਼ਰੀ ਦੇ ਅੱਗੇ ਪੇਸ਼ ਹੁੰਦੇ, ਅੱਗੇ ਤੋਂ ਅੱਗੇ ਗੱਲ ਚੱਲਦੇ ਜੀ। ਲੇਕਿਨ ਉਹ ਗੱਲ ਹੋਈ ਨਹੀਂ। ਉਸ ਤੋਂ ਬਾਅਦ ਜਦੋਂ ਸੰਤ ਜਰਨੈਲ ਸਿੰਘ ਦਾ ਜਿਹੜਾ ਮੋਰਚਾ ਲੱਗਾ, ਉਹ ਭਾਈ ਅਮਰੀਕ ਸਿੰਘ ਤੇ 18 ਸਿੰਘ ਦੀ ਰਿਹਾਈ ਦਾ ਲੱਗਾ ਜੀ। 19 ਜੁਲਾਈ 1982 ਨੂੰ ਅਸੀਂ ਉਹ ਮੋਰਚਾ ਧਰਮ ਯੁੱਧ ਮੋਰਚਾ ਬਣਾ ਕੇ ਪਹਿਲੀ ਗ੍ਰਿਫਤਾਰੀ 5000 ਬੰਦੇ ਨਾਲ 4 ਅਗਸਤ 1982 ਨੂੰ ਦੇ ਦਿੱਤੀ। ਮੈਂ ਤਾਂ ਸਿਰਫ ਇਹ ਗੱਲ ਕਰਨਾ ਹੈ ਕਿ ਉਸ ਤੋਂ ਬਾਅਦ 4 ਸਰਕਾਰਾਂ ਬਣ ਗਈਆਂ। ਬਰਨਾਲਾ ਸਾਹਿਬ ਦੀ ਬਣੀ 3 ਵਾਰੀ ਫਿਰ ਸਰਕਾਰ ਬਣੀ। ਹੁਣ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਝੂਠੇ ਮੁਕਾਬਲੇ ਕੀਤੇ, ਜਿਹੜੇ ਲੋਕਾਂ ਨੇ ਜ਼ਿਆਦਤੀਆਂ ਕੀਤੀਆਂ, ਤੇ ਉਹਨਾਂ ਤੋਂ ਜਵਾਬ ਕਿਹਨੇ ਲਿਆ? ਜਿੰਨੀ ਵੱਡੀ ਜ਼ਿਆਦਤੀ ਕਰਨ ਵਾਲਾ ਸੀ ਉਨਾ ਹੀ ਵੱਡਾ ਸਨਮਾਨ ਪੰਥਕ ਸਰਕਾਰ ਨੇ ਦਿੱਤਾ ਜੀ, ਤੇ ਜਿੰਨੇ ਬੰਦਾ ਕੋਈ ਗੱਲ ਚੰਗੀ ਕਰਨ ਵਾਲਾ ਸੀ ਉਹਨੂੰ ਓਡੀ ਵੱਡੀ ਸਜ਼ਾ ਦਿੱਤੀ ਹੈ। ਸੋ ਇਹ ਗੱਲ ਦੇਖੋ, ਜਿਹੜੀ ਇਹ ਗੱਲ ਮੈਂ ਤਾਂ ਸਮਝਦਾ ਨਹੀਂ ਉਹ ਪੰਥਕ ਸਰਕਾਰ ਸੀਗੀ। ਹਾਂਜੀ, ਉਸ ਤੋਂ ਬਾਅਦ ਅਫਸਰਾਂ ਦੇ ਹੱਥ 'ਚ ਤੁਸੀਂ ਖਿਦੇ ਹੋ। ਉਹੀ ਅਫਸਰ ਹੈ ਜਿਹੜਾ ਮਿਸਟਰ ਸੁਮੇਰ ਸਿੰਘ ਟੈਣੀ, ਜਿਹਨੇ ਬਾਦਲ ਸਾਹਿਬ ਤੇ ਪਰਚਾ ਦਿੱਤਾ ਸੀ। ਮੈਂ ਕਹਿੰਦਾ ਗੈਰਤ ਦੀ ਕਿਉਂ ਹੁੰਦੀ ਹੈ
ਕਿ ਜਿਸ ਬੰਦੇ ਨੇ ਤੁਹਾਡੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੀ ਔਰ ਜੇ ਤੁਸੀਂ ਸੱਚਾ ਝੂਠਾ ਜੋ ਵੀ ਤੁਸੀਂ ਕਰੇ ਤੇ ਘੱਟੋ ਘੱਟ ਉਹਨੂੰ ਦੂਰ ਤਾਂ ਕਰੋ। ਫਿਰ ਜਦੋਂ ਤੁਹਾਡੀ ਵਾਰੀ ਆਈ ਇੰਨੇ ਉਹਦੇ ਤੇ ਐਲੀਗੇਸ਼ਨ ਲੱਗੇ, ਆਪਣਾ ਜਿਹੜਾ ਬਹਿਨੋਈ ਉਹਨੇ ਮਾਰ ਦਿੱਤਾ, ਸਟੇਟ ਨੈਸ਼ਨਲ ਲੈਵਲ ਤੇ ਜਿਹੜਾ ਕਾਡਰ ਦੀ ਉਹਦੀ ਹੈਗੀ ਐਮਪੈਨਲਮੈਂਟ ਹੈ ਉਹ ਕੇਵਲ DIG ਦੀ ਹੈ ਤੇ ਤੁਸੀਂ ਉਹਨੂੰ DG ਪ੍ਰਮੋਟ ਵੀ ਕਰ ਦਿੱਤਾ, DG ਲਾ ਵੀ ਦਿੱਤਾ। ਦੇਖੋ ਨਾ, ਇਹ ਕੋਈ ਗੱਲ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਨੇ, ਪੰਥਕ ਸਰਕਾਰ ਨੇ, ਜਿਨ੍ਹਾਂ ਨੇ ਧਰਮ ਯੁੱਧ ਮੋਰਚਾ ਲਾਇਆ ਜੀ, ਇਹਨਾਂ ਨੇ ਕੋਈ ਧਰਮ ਦੀ ਗੱਲ ਜਾਂ ਪੰਥ ਦੀ ਗੱਲ ਜਾਂ ਇਹਨੂੰ ਆਉਣ ਵਾਲੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੋਵੇ। ਸੋ ਇਹਦੇ ਲਈ ਤਾਂ ਕੌਮ ਦੇ ਸਾਹਮਣੇ ਜਵਾਬਦੇਹ ਹੈ ਜੀ। ਅੱਜ ਵੀ ਤੁਸੀਂ ਦੇਖੋ, ਜਿਹੜੇ ਬੰਦੇ ਤੇ ਇਲਜ਼ਾਮ ਹੈ ਕਿ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਮੁਜ਼ਾਹਰਾ ਕਰਨ ਵਾਲਿਆਂ ਤੇ ਗੋਲੀ ਚਲਾਈ ਹੈ, ਉਹਨੂੰ ਤੁਸੀਂ ਦਰਬਾਰ ਸਾਹਿਬ ਆ ਕੇ ਸਨਮਾਨਿਤ ਕਰ ਦਿੱਤਾ ਬੁਲਾ ਕੇ। ਜੇ ਬੰਦੇ ਜੀ 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 ਤੇ ਜੇ ਹੁਣ ਤੁਸੀਂ ਦੂਜਾ ਬੰਦਾ ਸਾਹਮਣੇ ਜਿਹੜਾ ਉਹਦਾ ਹੁਕਮ ਦੇਣ ਵਾਲਾ ਸੀ ਉਹ ਆਪਣਾ ਮੁਕੱਦਮਾ ਭੁਗਤ ਰਿਹਾ ਜੀ, ਕੋਈ ਅਕਾਲੀ ਸਰਕਾਰ ਵੇਲੇ ਦਾ ਮੁਕੱਦਮਾ ਨਹੀਂ, 1991 ਚ ਅਕਾਲੀ ਸਰਕਾਰ ਹੀ ਹੈ ਨਹੀਂ ਸੀ ਜੀ, ਔਰ IAS ਅਫਸਰ ਦਾ ਲੜਕਾ ਉਹਨੇ ਕਿਡਨੈਪ ਕਰਕੇ ਮਾਰਿਆ ਜੀ, ਜੋ ਐਲੀਗੇਸ਼ਨ ਹੈ। ਤੇ ਜੇ ਐਲੀਗੇਸ਼ਨ ਜਿਹੜਾ IAS ਅਫਸਰ ਹੈ ਉਹ ਵੀ ਸਿੱਖ ਹੈਗਾ ਜੀ, ਜੇ ਪੰਜਾਬ ਦੇ ਵਿੱਚ ਸਿੱਖਾਂ ਦੀ ਗੱਲ ਹੀ ਨਹੀਂ ਸੁਣੀ ਜਾਏਗੀ, ਉਹ ਵੀ ਅਕਾਲੀ ਸਰਕਾਰ ਜੀ, ਔਰ ਉਹਨਾਂ ਦੇ ਮੁਲਜ਼ਮਾਂ ਨੂੰ ਜਿਹੜੀ ਹੈ ਉਹਨਾਂ ਨੂੰ ਪੁਲਿਸ ਬਣਾਈ ਹੋਏਗੀ, ਉਹਨਾਂ ਦੇ ਪਿੱਠ ਤੇ ਹੱਥ ਰੱਖਿਆ ਜਾਏਗਾ ਸਰਕਾਰ ਦਾ, ਫਿਰ ਇਹ ਸਰਕਾਰ ਬਣਾਉਣ ਦਾ ਫਾਇਦਾ ਕੀ ਹੈ? ਫਿਰ ਇਹ ਪੰਥਕ ਸਰਕਾਰ ਕੀ ਹੋਈ? ਜੇ ਉਹ ਰੂਪਾ ਦਿਓਲ ਬਜਾਜ ਦੇ ਉਹਨਾਂ ਨੇ ਪਿੱਠ ਤੇ ਹੱਥ ਮਾਰ ਕੇ ਉਹਦੀ ਬੇਇੱਜ਼ਤੀ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਕਿੱਥੇ ਪਿੱਛੇ ਕੀਤਾ ਗਿੱਲ ਸਾਹਿਬ ਨੂੰ? ਜੀ। ਗੱਲ ਇਹ ਹੈ ਕਿ ਲੋਕ ਨਿਰਾਸ਼ ਹੈ ਜੀ, ਜਦੋਂ ਨਿਰਾਸ਼ ਹੋ ਜਾਣ ਨਾ ਤੇ ਨਾਰਾਜ਼ਗੀ ਵੀ ਆਪਣੇ ਨਾਲ ਹੁੰਦੀ ਹੈ, ਨਿਰਾਸ਼ਤਾ ਵੀ ਆਪਣੇ ਨਾਲ ਹੁੰਦੀ ਹੈ, ਪਰ ਜਦੋਂ ਆਲਮ ਨਫ਼ਰਤ ਤੱਕ ਚਲੇ ਜਾਏ ਫਿਰ ਲੋਕ ਜਿਹੜੇ ਹੈ ਨਾ ਉਸ ਜਿਹੜੇ ਉਹਦੇ 'ਚ ਬਦਲਾਅ ਚਾਹੁੰਦੇ ਹੁੰਦੇ ਆ। ਸੋ ਮੈਂ ਸਮਝਦਾ ਵੀ ਹੁਣ ਜਿਹੜੀ ਹੈ ਨਾ ਅਸੀਂ ਕੋਈ ਸਿੱਖ ਕੌਮ ਨਾਲ ਪਿਆਰ ਵਾਲੀ ਫੋਟੋ ਜਿਹੜੀ ਆ ਨਾ, ਆਪਣੀ ਤਸਵੀਰ ਜਿਹੜੀ ਆ ਉਹ ਪੇਸ਼ ਨਹੀਂ ਕੀਤੀ ਸਾਡੇ ਆਗੂਆਂ। ਮੈਂ ਤੁਹਾਡੇ ਵੱਲ ਪਰਤਦਾ ਹੈ ਸੇਖਵਾ ਸਾਹਿਬ, ਇੱਕ ਘਟਨਾ ਮੇਰੇ ਦ੍ਰਿਸ਼ਟੀਗੋਚਰ ਹੁੰਦੀ ਹੈ, ਤੁਸੀਂ ਹੁਣ ਅਕਾਲੀ ਦਲ ਚੋਂ ਬਾਹਰ ਆ ਗਏ ਔਰ ਤੁਸੀਂ ਬੜੇ ਮੁਸ਼ਕਲ ਫੈਸਲੇ ਹੁੰਦੇ ਆ ਕਿਸੇ ਪਾਰਟੀ ਨਾਲ। ਤੁਹਾਡੇ ਪਿਤਾ ਜੀ ਜਥੇਦਾਰ ਉਜਾਗਰ ਸਿੰਘ ਸੇਖਵਾਂ ਦਾ ਬੜਾ ਵੱਡਾ ਨਾਤਾ ਸੀਗਾ ਔਰ ਜਿਹੜੇ ਪੀੜ੍ਹੀਆਂ ਦੀ ਸਾਂਝ ਹੋਵੇ ਇਹ ਛੱਡਣ ਲੱਗਿਆ ਸਭ ਤੋਂ ਵੱਧ ਪੀੜ ਵੀ ਹੁੰਦੀ ਤੇ ਫਿਰ ਅੱਗੇ ਕੋਈ ਫਿਊਚਰ ਬਹੁਤ ਬ੍ਰਾਈਟ ਵੀ ਨਾ ਹੋਵੇ, ਲੇਕਿਨ ਕੋਈ ਮੁੱਦੇ ਲੈ ਕੇ ਛੱਡ ਕੇ ਆ ਜਾਈਏ ਤੇ ਇਹ ਔਖਾ ਫੈਸਲਾ। ਹਾਲਾਂਕਿ ਲੋਕ ਇਹਦੇ ਚ ਕਈ ਸਵਾਲ ਲੱਭਦੇ ਔਰ ਕਈ ਤੁਹਾਨੂੰ ਸਵਾਲ ਕਰਦੇ ਵੀ ਹੈ। ਸਭ ਤੋਂ ਵੱਡਾ ਸਵਾਲ ਇਹ ਆ ਕਿ ਜਦੋਂ ਇਹ ਬਹਿਬਲ ਕਲਾਂ ਬਰਗਾੜੀ ਵਾਲਾ ਮਸਲਾ ਹੁੰਦਾ, ਗੋਲੀ ਚੱਲਦੀ ਆ, ਸਿੰਘ ਮਰ ਜਾਂਦੇ ਆ, ਸ਼ਹੀਦ ਹੋ ਜਾਂਦੇ ਆ, ਸੰਗਤ ਪਾਠ ਕਰਦੀ, ਉਹਨਾਂ ਤੇ ਤਸ਼ੱਦਦ ਹੋ ਜਾਂਦਾ, ਉਸ ਤੋਂ ਬਾਅਦ ਇੱਕ ਛੋਟੀ ਜੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਕੁਝ ਕੁ ਲੋਕ ਸ਼ਾਮਲ ਸੀ, ਜਿਹੜੀ ਨਿੱਤਰ ਕੇ ਗੱਲ ਬਾਹਰ ਆਉਂਦੀ ਹੈ, ਜਿਹਦੇ ਵਿੱਚ ਬਾਦਲ ਸਾਹਿਬ, ਉਹਨਾਂ ਦਾ ਡਿਪਟੀ CM ਪੁੱਤਰ, ਤੇ ਹੁੰਦੜ ਸਾਹਿਬ, ਬ੍ਰਹਮਪੁਰਾ ਸਾਹਿਬ ਔਰ ਸੁਖਦੇਵ ਸਿੰਘ ਢੀਂਡਸਾ ਔਰ ਇੱਕ ਜਲੰਧਰ ਤੋਂ ਛਪਦੀ ਵੱਡੀ ਅਖਬਾਰ ਦੇ ਸੰਪਾਦਕ ਹੁੰਦੇ ਇਕੱਠੇ ਔਰ ਉਹਦੇ ਵਿੱਚ ਇਹ ਗੱਲਬਾਤ ਹੁੰਦੀ ਹੈ ਕਿ ਕੌਮ ਦਾ ਰੋਹ ਬੜਾ ਹੈ ਤੇ ਕਿਉਂ ਨਾ ਅਸੀਂ ਪੁਲਿਸ ਮੁਖੀ ਨੂੰ, ਪਹਿਲੀ ਗੱਲ ਤੇ ਹੈ ਕਿ ਸਸਪੈਂਡ ਕਰਨਾ ਚਾਹੀਦਾ, ਨਹੀਂ ਤੇ ਤੁਰੰਤ ਹਟਾ ਤੇ ਦੇਣਾ ਚਾਹੀਦਾ। ਲੇਕਿਨ ਉਹਦੇ ਵਿੱਚ ਆਫ ਦਾ ਰਿਕਾਰਡ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਾਦਲ ਸਾਹਿਬ ਕਹਿੰਦੇ ਨਹੀਂ ਜੀ, ਪੁਲਿਸ ਫੋਰਸ ਦੇ ਮਨੋਬਲ ਤੇ ਅਸਰ ਪਏਗਾ ਔਰ ਫਿਰ ਇਹ ਗੱਲਬਾਤ ਦੇ ਵਿੱਚ ਬਾਕੀ ਸਾਰੇ ਲਗਭਗ ਇੱਕ ਪਾਸੇ ਹੋ ਜਾਂਦੇ। ਲੇਕਿਨ ਦੋ ਬੰਦੇ, ਮੈਂ ਹੁਣ ਨਾਂ ਨਹੀਂ ਲਵਾਂਗਾ ਕਿਉਂਕਿ ਉਹਦੇ ਚ ਕਾਫੀ ਲੋਕ ਹੈ ਔਰ ਅੱਜ ਕੱਲ ਉਹ ਲੋਕ ਬਾਹਰ ਨੇ, ਜਿਨ੍ਹਾਂ ਨੇ ਇਹ ਕਿਹਾ ਕਿ ਨਹੀਂ, ਇਹ ਤੁਰੰਤ ਪ੍ਰਭਾਵ ਨਾਲ ਸੁਖਦੇਵ ਸਿੰਘ ਢੀਂਡਸਾ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਆ ਕਿ ਨਹੀਂ, ਇਹਨਾਂ ਨੂੰ ਬਾਹਰ ਕੀਤਾ ਜਾਣਾ ਚਾਹੀਦਾ। ਹੁਣ ਐਸੀਆਂ ਕਿਹੜੀਆਂ ਮਜਬੂਰੀਆਂ ਹੁੰਦੀਆਂ ਕਿ ਸਿਆਸਤ ਆਪਣੇ ਲੋਕਾਂ ਵੱਲ ਪਿੱਠ ਕਰ ਲੈਂਦੀ ਆ ਤੇ ਉਹ ਲੋਕ, ਜਿਹੜੇ ਲੋਕ ਜ਼ਿੰਮੇਵਾਰ ਹੁੰਦੇ ਆ, ਉਹਨਾਂ ਨਾਲ ਖਲੋ ਜਾਂਦੇ ਆ। ਇਹ ਕਿਹੜੀ ਸਿਆਸਤ ਆ ਕਿ ਅਸੀਂ ਸਦਾ ਆਪਣੇ ਲੋਕਾਂ ਤੋਂ ਲੈਣਾ ਹੈ ਲੇਕਿਨ ਅਸੀਂ ਆਪਣੇ ਲੋਕਾਂ ਨੂੰ ਨਪੀੜਨਾ, ਲਤਾੜਨਾ ਵੀ ਆ। ਤੁਸੀਂ ਬਹੁਤ ਸਮਾਂ ਨਾਲ ਰਹੇ ਹੋ, ਘਟਨਾਵਾਂ ਕਿੰਨੀਆਂ ਕਿਹੋ ਜੀਆਂ ਜਿੱਥੇ ਅਸੀਂ ਆਪਣੇ ਲੋਕਾਂ ਵੱਲ ਕੰਡ ਕੀਤੀ? ਦੇਖੋ ਪ੍ਰੇਰਨਾਵਾ ਜੀ ਲਾਲਪੁਰਾ ਸਾਹਿਬ ਨੇ ਇੱਕ ਦੋ ਮਿਸਾਲਾਂ ਦਿੱਤੀਆਂ ਨੇ ਜੀ ਕਿ ਸੈਣੀ ਸਾਹਿਬ ਨੇ ਬਾਦਲ ਸਾਹਿਬ ਤੇ ਪਰਚਾ ਵੀ ਕੀਤਾ 2002 ਤੋਂ 2007 ਤੱਕ ਜਦੋਂ ਕਾਂਗਰਸ ਦੀ ਗਵਰਨਮੈਂਟ ਰਹੀ ਜੀ, ਤੇ ਇਹਨਾਂ ਫੇਰ ਵੀ ਉਹਨੂੰ ਪਹਿਲਾਂ ਆਪਣੇ ਡਾਇਰੈਕਟਰ ਵਿਜੀਲੈਂਸ ਲਾਇਆ ਤੇ ਮੁੜ ਕੇ DGP ਲਾਤਾ ਜੀ। ਇਹਨਾਂ ਨੇ ਉਹ ਜ਼ਿਕਰ ਨਹੀਂ ਕੀਤਾ, ਸ਼ਾਇਦ ਟਾਈਮ ਥੋੜਾ ਹੋਣ ਕਰਕੇ,
ਮੈਂ ਥੋੜਾ ਜਿਹਾ ਹੋਰ ਬੈਕਗ੍ਰਾਉਂਡ 'ਚ ਜਾਣਾ ਚਾਹੁੰਦਾ ਹਾਂ ਜੀ ਕਿ ਸੈਣੀ ਸਾਹਿਬ ਦੇ ਬਾਦਲ ਪਰਿਵਾਰ ਨਾਲ ਬੜੇ ਪੁਰਾਣੇ ਸੰਬੰਧ ਨੇ। ਜੀ 1990 ਚ ਜਦੋਂ 1999 ਚ ਇਲੈਕਸ਼ਨ ਹੋਈ ਹੈ ਪਾਰਲੀਮੈਂਟ ਦੀ, ਜਿੰਨੇ ਅਕਾਲੀ ਦਲ ਬਾਦਲ ਦੇ ਬੰਦੇ ਐਮਪੀ ਖੜੇ ਹੋਏ ਸੀ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਅੱਛਾ ਤੇ ਮਾਨ ਸਾਹਿਬ ਦੇ ਸਾਰੇ ਬੰਦੇ ਜਿੱਤ ਗਏ ਤੇ ਮਾਨ ਲੀਡਰ ਡਿਕਲੇਅਰ ਹੋ ਗਿਆ ਜੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਜਿਹੜਾ ਉਹ ਮਾਨ ਆ। ਜੀ ਉਸ ਵੇਲੇ ਜਿਹੜੀ ਸੈਂਟਰਲ ਗਵਰਨਮੈਂਟ ਸੀ ਜਾਂ ਜਿਹੜੀਆਂ ਏਜੰਸੀਆਂ ਸੀ ਜਿਹੜੀਆਂ ਚਲਾਉਂਦੀਆਂ ਨੇ, ਮੈਂ ਕਹੂੰਗਾ ਸਾਰਿਆਂ ਨੂੰ, ਜੀ ਉਸ ਵੇਲੇ ਇੱਕ ਵਕਤ ਆਇਆ ਕਿ ਵਿਸਾਖੀ ਅਪ੍ਰੈਲ ਦੇ ਮਹੀਨੇ 'ਚ ਸਿੱਖ ਕੌਮ ਮਨਾਉਂਦੀ ਆ ਆਪਣੇ ਦਮਦਮਾ ਸਾਹਿਬ। ਜੀ ਤੇ 1990 ਦੀ ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇਕੱਠ ਹੋਣਾ ਸੀਗਾ ਦਮਦਮਾ ਸਾਹਿਬ। ਜਿਹਨੇ ਇਹ ਸਾਬਤ ਕਰਨਾ ਸੀਗਾ ਕਿ ਸਿੱਖ ਕੌਮ ਦਾ ਲੀਡਰ ਕੌਣ ਆ, ਮਾਨ ਆ ਕਿ ਬਾਦਲ ਆ। ਜੀ ਉਸ ਵੇਲੇ ਸੈਣੀ ਸਾਹਿਬ ਐਸਐਸਪੀ ਬਠਿੰਡਾ ਸੀਗੇ। ਇਹਨਾਂ ਦੀ ਡਿਊਟੀ ਲੱਗੀ ਉੱਪਰੋਂ ਸੈਂਟਰ ਤੋਂ ਵੀ ਤੁਸੀਂ ਉੱਥੇ ਬਾਦਲ ਸਾਹਿਬ ਦੀ ਪ੍ਰੋਜੈਕਸ਼ਨ ਕਰਨੀ ਆ। ਅੱਛਾ ਇਹਨਾਂ ਨੇ ਭੁੰਦੜ ਸਾਹਿਬ ਨੂੰ ਅਪਰੋਚ ਕੀਤਾ ਵੀ ਮੈਂ ਚਾਹੁੰਦਾ ਆ, ਮੈਨੂੰ ਹਦਾਇਤ ਆ ਇਹ ਲੀਡਰਸ਼ਿਪ ਜਿਹੜੀ ਆ ਪੰਜਾਬ 'ਚ ਉਹ ਡਿਵੈਲਪ ਬਾਦਲ ਦੀ ਕਰਨੀ ਆ, ਮਾਨ ਦੀ ਨਹੀਂ ਹੋਣੀ। ਜੀ ਤੇ ਉਹ ਭੁੰਦੜ ਸਾਹਿਬ ਗਏ ਬਾਦਲ ਸਾਹਿਬ ਕੋਲ ਤੇ ਬਾਦਲ ਸਾਹਿਬ ਦਾ ਸੁਭਾਅ ਆ ਕਿ ਜਿੱਥੇ ਉੱਥੇ ਟਕਰਾਅ ਹੋਣਾ ਹੋਵੇ ਉੱਥੋਂ ਥੋੜੀ ਜਿਹੀ ਕੰਨੀ ਵੱਟਦੇ ਆ। ਜੀ ਤੇ ਭੁੰਦੜ ਸਾਹਿਬ ਨੇ ਜਦੋਂ ਕਿਹਾ ਵੀ ਸਾਨੂੰ ਐਸਐਸਪੀ ਨੇ ਕਿਹਾ ਵੀ ਮੈਂ ਤੁਹਾਡਾ ਕਬਜ਼ਾ ਕਰਾਵਾਂਗਾ, ਮੈਨੂੰ ਹਦਾਇਤ ਹੈ ਉੱਪਰੋਂ ਤੇ ਤੁਸੀਂ ਚਲੋ ਮੈਂ ਤੁਹਾਡਾ ਕਬਜ਼ਾ ਕਰਾਉਣਾ। ਬਾਦਲ ਸਾਹਿਬ ਕਹਿਣ ਲੱਗੇ ਉੱਥੇ ਜਿਹੜੇ ਮਾਰ ਧਾਰਨਾ ਹੋ ਜਾਵੇ ਤੇ ਆਪਾਂ ਇਹ ਗੱਲ ਨਾ ਕਰੀਏ, ਲੇਕਿਨ ਮੁੜ ਕੇ ਸਹਿਮਤ ਹੋ ਗਏ। ਤੇ ਲਾਲਪੁਰਾ ਸਾਹਿਬ ਜਾਣਦੇ ਆ ਵੀ ਜਿਵੇਂ ਪੁਲਿਸ ਕਬਜ਼ਾ ਕਰਾਉਂਦੀ ਹੁੰਦੀ ਹੈ, ਜਿਹੜੇ ਗੁਰਸਿੱਖ ਪੁਲਿਸ ਅਫਸਰ ਉਹਨਾਂ ਦੇ ਦਾੜੇ ਖੁੱਲੇ ਛਾਲੇ ਤੇ ਉਹਨਾਂ ਨੂੰ ਕਾਲੀ ਬਣਾਤਾ, ਉਹਨਾਂ ਨੂੰ ਸਾਲਟਾਂ ਦੇਤੀਆਂ ਤੇ ਉੱਥੇ ਕਬਜ਼ਾ ਜਿਹੜਾ ਸੀ, ਜਦੋਂ ਕਿ ਬਾਦਲ ਸਾਹਿਬ ਨੂੰ ਉਸ ਵੇਲੇ ਕੋਈ ਨਹੀਂ ਸੀ ਪੁੱਛਦਾ। ਜੀ ਬੋਲ ਵਾਲਾ ਉਸ ਵੇਲੇ ਜਿਹੜਾ ਆ ਉਹ ਮਾਨਦਾ ਸੀ ਕਿਉਂਕਿ ਐਮਪੀ ਸਾਰੇ ਮਾਨ ਦੇ ਜਿੱਤ ਗਏ। ਬਿਲਕੁਲ। ਲੇਕਿਨ ਉਸ ਵੇਲੇ ਕਬਜ਼ਾ ਜਿਹੜਾ ਸੀ ਸੈਣੀ ਨੇ ਉਹ ਬਾਦਲ ਸਾਹਿਬ ਦਾ ਉੱਥੇ ਕਰਵਾਤਾ। ਇਹ ਸਾਂਝ ਉੱਥੋਂ ਸ਼ੁਰੂ ਹੋਈ ਆ। ਜੀ ਦੂਜਾ ਮੈਂ ਇਹਨਾਂ ਨੂੰ ਦੱਸਣਾ ਚਾਹਾਂਗਾ ਕਿ 1997 ਦੀ ਇਲੈਕਸ਼ਨ ਵਿੱਚ ਵੀ ਜੀ ਸੈਣੀ ਸਾਹਿਬ ਨੇ ਮੁੱਖ ਰੋਲ ਅਦਾ ਕੀਤਾ। ਜੀ ਤੇ 1997 ਤੋਂ ਪਹਿਲਾਂ ਬਾਦਲ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਕਿ ਅਸੀਂ ਜੇ ਸਾਡੀ ਸਰਕਾਰ ਬਣ ਜਾਂਦੀ ਹੈ ਅਕਾਲੀ ਦਲ ਦੀ ਤੇ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਜੋ ਝੂਠੇ ਪੁਲਿਸ ਮੁਕਾਬਲੇ ਹੋਏ ਆ ਤੇ ਜਿਨ੍ਹਾਂ ਪੁਲਿਸ ਅਫਸਰਾਂ ਨੇ ਇਹ ਝੂਠੇ ਪੁਲਿਸ ਮੁਕਾਬਲੇ ਕੀਤੇ ਆ ਉਹਨਾਂ ਨੂੰ ਕਟਾਰੇ 'ਚ ਖੜ ਕੇ ਤੇ ਸਜ਼ਾਵਾਂ ਦਵਾਵਾਂਗੇ ਅੰਦਰ ਗਿਆ। ਜੀ ਲੇਕਿਨ ਉਹ 1997 ਤੋਂ ਬਾਅਦ ਸਰਕਾਰ ਤੇ ਬਣ ਗਈ, ਲੇਕਿਨ ਕਿਸੇ ਨੇ ਵੀ ਉਹ ਕਮਿਸ਼ਨ ਨਹੀਂ ਬਣਾਇਆ। ਤੇ ਮੈਨੂੰ ਯਾਦ ਆ ਕਿਉਂਕਿ ਮੈਂ ਉਸ ਵੇਲੇ ਅਸੈਂਬਲੀ ਵਿੱਚ ਬੈਠਾ ਸਾਂ, ਇੱਕ ਹਰਦੇਵ ਵਰਸ਼ੀ ਸੀਪੀਆਈ ਦੇ ਆਪਣੇ ਕਮਿਊਨਿਸਟ ਮੈਂਬਰ ਐਮਐਲਏ ਸੀ। ਜੀ ਉਹਨਾਂ ਬਾਦਲ ਸਾਹਿਬ ਨੂੰ ਯਾਦ ਕਰਾਇਆ ਕਿ ਬਾਦਲ ਸਾਹਿਬ ਤੁਸੀਂ ਆ 97 ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਕਮਿਸ਼ਨ ਬਣਾਵਾਂਗੇ ਤੇ ਉਹ ਕਮਿਸ਼ਨ ਨਹੀਂ ਬਣਾਇਆ। ਜਿਨ੍ਹਾਂ ਪੁਲਿਸ ਅਫਸਰਾਂ ਨੇ ਜਾਤੀਆਂ ਕੀਤੀਆਂ ਨੇ ਉਹਨਾਂ ਦੇ ਖਿਲਾਫ ਜੋ ਉਹਨਾਂ ਧੱਕੇ ਕੀਤੇ ਆ, ਝੂਠੇ ਪੁਲਿਸ ਮੁਕਾਬਲੇ ਬਣਾਏ ਆ, ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਤੇ ਤੁਸੀਂ ਵਾਅਦਾ ਕੀਤਾ ਸੀ ਲੋਕਾਂ। ਤੇ ਮੈਨੂੰ ਯਾਦ ਆ ਬਾਦਲ ਸਾਹਿਬ ਉਹਨੂੰ ਕਿਤੇ ਕਰਾਤਾ, ਉਹ ਬਹਿ ਜਾ ਮਨੋਮਾਨ ਹੋ ਗਿਆ, ਹੁਣ ਛੱਡੋ ਇਹ ਗੱਲਾਂ, ਇਹਨਾਂ ਨੂੰ ਭੁੱਲ ਜਾਓ ਪੁਰਾਣੀਆਂ ਗੱਲਾਂ ਨੂੰ। ਇਹ ਆਮ ਦੀ ਰਿਕਾਰਡ ਆ ਪੰਜਾਬ ਵਿਧਾਨ ਸਭਾ 'ਚ। ਦੱਸੋ। ਸੋ ਉਸ ਤੋਂ ਬਾਅਦ ਜਦੋਂ 2002 ਚ ਆਪਣੀ ਸਰਕਾਰ ਕਾਂਗਰਸ ਦੀ ਬਣ ਗਈ, ਅਮਰਿੰਦਰ ਸਿੰਘ ਦੀ ਬਣ ਗਈ ਜੀ, ਤੇ ਉਹ ਇਹ ਜਿਹੜੇ ਅਫਸਰ ਨੇ ਇਹ ਵੀ ਪਾਲਾ ਬਦਲਣ ਲੱਗਿਆ ਮਿੰਟ ਇੱਕ ਲਾਉਂਦੇ ਆ ਜੀ। ਤੇ ਲਾਲਪੁਰਾ ਸਾਹਿਬ ਦੀ ਗੱਲ ਠੀਕ ਆ ਕਿ ਜਿਹੜੀ FIR ਹੋਈ ਬਾਦਲ ਸਾਹਿਬ ਜਾਂ ਉਹਨਾਂ ਦੇ ਪਰਿਵਾਰ ਦੇ ਖਿਲਾਫ, ਉਹਦੇ ਚ ਮੁੱਖ ਰੋਲ ਸੈਣੀ ਸਾਹਿਬ ਦਾ ਸੀ ਜੀ। ਲੇਕਿਨ ਇਹਨਾਂ ਦਾ ਉਦੋਂ ਬਹੁਤ ਲੇਟ ਹੋ ਗਿਆ। ਜਿਹੜਾ ਸਿੱਧੂ ਵਾਲਾ ਕੇਸ ਸੀਗਾ, ਜਿਹੜਾ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਜੀ ਰਿਸ਼ਵਤ ਮਾਮਲੇ 'ਚ ਫੜਿਆ ਸੀ, ਉਹ ਵੀ ਸੈਣੀ ਸਾਹਿਬ ਨੇ ਫੜਿਆ ਸੀਗਾ, ਰਵੀ ਸਿੱਧੂ। ਲੇਕਿਨ ਉਹ ਰਵੀ ਸਿੱਧੂ ਨੇ ਫੜਨ ਤੋਂ ਬਾਅਦ ਸੈਣੀ ਹਾਈਲਾਈਟ ਬੜਾ ਹੋ ਗਿਆ ਜੀ। ਲੇਕਿਨ ਕਈ ਤਰ੍ਹਾਂ ਦੇ ਚਰਚੇ ਆ ਵੀ ਜਿਹੜੇ ਉਹ ਪੈਸੇ ਫੜੇ ਗਏ ਸੀ, ਪਤਾ ਨਹੀਂ ਉਹਨਾਂ ਤੋਂ ਰੌਲਾ ਪੈ ਗਿਆ ਜਾਂ ਕੀ ਹੋਇਆ। ਮੁੜ ਕੇ ਸੈਣੀ ਸਾਹਿਬ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਣਬਣ ਹੋ ਗਈ। ਅੱਛਾ। ਲੇਕਿਨ 2007 ਦੀ ਜਦੋਂ ਫੇਰ ਇਲੈਕਸ਼ਨ ਆਈ
ਤੇ ਜਿਹੜੇ ਗਿਲੇ ਸ਼ਿਕਵੇ ਸੀ ਇਹ ਭੁਲਾ ਲਿਓ, ਜਿਵੇਂ ਇੱਕ ਕਹਾਵਤ ਆ ਨਾ ਵੀ ਦੁਸ਼ਮਣ ਦਾ ਦੁਸ਼ਮਣ ਆਪਣਾ ਸੱਜਣ ਆ ਜੀ ਤੇ ਇਹ ਫੇਰ ਬਾਦਲਾਂ ਨਾਲ ਸੈਣੀ ਦਾ ਜਿਹੜਾ ਲੇਟ ਸੀਗਾ ਉਹ ਹੋ ਗਿਆ ਜੀ ਤੇ ਇਹਨਾਂ ਨੇ ਚੁੱਕ ਕੇ ਉਹਨੂੰ ਤੇ ਡਾਇਰੈਕਟਰ ਵਿਜੀਲੈਂਸ ਲਾਤਾ ਜੀ ਤੇ ਡਾਇਰੈਕਟਰ ਵਿਜੀਲੈਂਸ ਲੱਗ ਗਿਆ ਤੇ ਉਹਦੇ ਚ ਜਦੋਂ ਇਹ ਲੁਧਿਆਣਾ ਸਿਟੀ ਸਕੈਮ ਵਾਲਾ ਕੇਸ ਸੀਗਾ ਜੀ ਉਹ FIR ਜਿਹੜੀ ਆ ਉਹ ਸੈਣੀ ਨੇ ਕੀਤੀ ਹੂੰ ਤੇ ਸੈਣੀ ਨੇ ਜਦੋਂ ਇਹ ਗੱਲ ਕੀਤੀ ਤੇ ਉਸ ਵੇਲੇ ਹਾਈ ਕੋਰਟ ਵਿੱਚ ਜਿਹੜੇ ਜਸਟਿਸ ਮਹਿਤਾਬ ਸਿੰਘ ਹੋਣੀ ਨੇ ਉਹਨਾਂ ਕੋਲ ਮਲਤਾਨੀ ਸਾਹਿਬ ਜਿਨ੍ਹਾਂ ਦਾ ਬੇਟਾ ਇਹਨਾਂ ਚੁੱਕ ਕੇ ਸ਼ਹੀਦ ਕੀਤਾ ਸੀਗਾ ਜੀ ਉਹ ਕੇਸ ਚੱਲਦਾ ਸੀ ਹੂੰ ਉਹ ਇਨਕੁਆਇਰੀ ਮਾਰਕ ਹੋ ਗਈ ਸੀਗੀ CBI ਨੂੰ ਜੀ CBI ਦੇ 70 ਗਵਾਹ ਜਿਹੜੇ ਨੇ ਉਹ ਉਹਨਾਂ ਦੀਆਂ ਗਵਾਹੀਆਂ ਲੈ ਲਈਆਂ ਸੀ ਤੇ ਜਿਹੜਾ ਕੇਸ ਸੀਗਾ ਨਾ ਉਹ ਕਰੀਬ ਨੇੜੇ ਜਾਣ ਵਾਲਾ ਸੀ ਹੂੰ ਲੇਕਿਨ ਮੈਂ ਆਹ ਗੱਲ ਜਿਹੜੀ ਕਿਸੇ ਨੂੰ ਨਹੀਂ ਪਤਾ ਅਜੇ ਤੱਕ ਕਿਸੇ ਨੇ ਨਹੀਂ ਕੀਤੀ ਮੈਂ ਉਹ ਦੱਸਣੀ ਚਾਹੁੰਦਾ ਆ ਕਿ 2011 ਚ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਅੱਛਾ ਬਾਦਲ ਸਾਹਿਬ ਮੁੱਖ ਮੰਤਰੀ ਸੀ, ਸੁਖਬੀਰ ਸਿੰਘ ਹੋਮ ਮਿਨਿਸਟਰ ਸੀ ਜੀ ਜਿਹੜਾ ਇਹ ਲੋਕ ਕਹਿੰਦੇ ਨੇ ਕਿ ਸੈਣੀ ਸਾਹਿਬ ਨੇ ਉਹ ਹਾਈ ਕੋਰਟ ਵਾਲੀ ਜਿਹੜੀ FIR ਹੋਈ ਸੀ ਉਹਨਾਂ ਦੇ ਆਪਣੇ ਹੁਕਮਾਂ ਤੇ ਇਹਨੇ CBI ਨੇ ਕੀਤੀ ਸੀ ਹਾਈ ਕੋਰਟ ਦੇ ਵਿੱਚ ਤੇ ਉਹਦੇ ਅਗੇਂਸਟ ਸੈਣੀ ਨਹੀਂ ਗਿਆ ਸੁਪਰੀਮ ਕੋਰਟ ਅੱਛਾ ਉਹਦੇ ਅਗੇਂਸਟ ਪੰਜਾਬ ਸਰਕਾਰ ਗਈ ਆ ਅੱਛਾ ਔਰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਜਿਹੜਾ ਰਿਕਾਰਡ ਪੇਸ਼ ਕੀਤਾ ਹੂੰ ਉਹ ਸੈਣੀ ਨੂੰ ਬਚਾਉਣ ਵਾਲਾ ਕੀਤਾ ਤੇ ਐਸੇ ਢੰਗ ਨਾਲ ਪੇਸ਼ ਕੀਤਾ ਕਿ ਜਿਹੜਾ ਉਸ ਕੇਸ ਦੀ ਪੈਰਵਾਈ ਕਰਦਾ ਸੀ DS ਮੁਲਤਾਨੀ ਉਹਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਕਿਹੜੇ ਵੇਲੇ ਕੇਸ ਦੀ ਸੁਣਵਾਈ ਜਿਹੜੀ ਆ ਹੋ ਗਈ ਤਾਂ ਕਿ ਉਹ ਡਿਫੈਂਡ ਨਾ ਕਰ ਸਕੇ ਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਚੋਂ ਉਹ ਜਿਹੜੀ FIR ਸੀਗੀ ਇਹ ਕਹਿ ਕੇ ਕੁਐਸ਼ ਕਰਵਾਈ ਕਿ ਉਹ ਜੁਡੀਸ਼ੀਅਲ ਨਹੀਂ ਬਣ ਅੱਛਾ ਲੇਕਿਨ ਇੱਕ ਫਲਾ ਰਹਿ ਗਿਆ ਜਦੋਂ ਵੀ ਕੋਈ ਗਲਤੀਆਂ ਹੁੰਦੀਆਂ ਪਾਪ ਹੁੰਦੇ ਆ ਉਹ ਪਾਪ ਦਾ ਕਿਤੇ ਨਾ ਕਿਤੇ ਕੋਈ ਸਮਝਾਜਾ ਭੁਗਤਣਾ ਪੈਂਦਾ ਉਹਦੇ ਜੇ ਇੱਕ ਲਾਈਨ ਕਿਤੇ ਉਹਨਾਂ ਲਿਖ ਦਿੱਤੀ ਕਿ ਜਿਹੜੇ ਜਿਨ੍ਹਾਂ ਨਾਲ ਧੱਕਾ ਹੋਇਆ ਉਹ ਕਦੀ ਵੀ ਆਪਣਾ ਇਨਸਾਫ ਲੈਣ ਵਾਸਤੇ ਅੱਗੇ ਚਾਰਾਜੋਈ ਕਰ ਸਕਦੇ ਆ ਅੱਛਾ ਜਿਹਦੀ ਵਜ੍ਹਾ ਕਰਕੇ ਹੁਣ ਇਹਨਾਂ ਨੇ ਐਪਲੀਕੇਸ਼ਨ ਜਿਹੜੀ ਹੈ ਨਾ ਉਹਦੇ ਭਰਾ ਨੇ ਦਿੱਤੀ ਆ ਜੀ ਕਿਉਂਕਿ ਬਾਦਲ ਸਾਹਿਬ ਉਹਦੇ ਤੇ ਚੱਕ ਹੋ ਗਈ ਜੀ ਉਹਦੇ ਭਰਾ ਨੇ ਐਪਲੀਕੇਸ਼ਨ ਦਿੱਤੀ ਆ ਤੇ ਹੁਣ ਉਹ ਆਪਣੇ FIR ਜਿਹੜੀ ਆ ਉਹ ਦਰਜ ਹੋਈ ਗਿਆ ਜੀ ਔਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਇਹ ਸਾਂਝ ਇਹਨਾਂ ਦੀ ਮੁੜ ਕੇ 12 ਚ ਕਿਉਂਕਿ ਮੈਂ ਤੇ ਆਪ ਇਲੈਕਸ਼ਨ ਲੜੀ ਅਕਾਲੀ ਦਲ ਵੱਲੋਂ ਹੂੰ ਜਿਸ ਢੰਗ ਨਾਲ ਸੈਣੀ ਸਾਹਿਬ ਨੇ ਮਦਦ ਕੀਤੀ ਹੂੰ ਉਹ ਵੀ ਇੱਕ ਆਪਣੇ ਆਪ 'ਚ ਮਿਸਾਲ ਆ ਉਹ ਹੁਣ ਮੈਂ ਗੱਲਾਂ ਮੈਂ ਕਰਦਾ ਚੰਗਾ ਨਹੀਂ ਲੱਗਦਾ ਕਿਉਂਕਿ ਮੈਂ ਉਸ ਵੇਲੇ ਪਾਰਟੀ ਦੇ ਜੀ ਲੇਕਿਨ ਉਹ ਜੇ ਇਹ ਕਹਿ ਲਓ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੁਲਿਸ ਨੇ ਬਣਾਈ ਤੇ ਕੋਈ ਅਟਕਸਨੀ ਨਹੀਂ ਪੁਲਿਸ ਨੇ ਇੰਨੀ ਮਦਦ ਕੀਤੀ ਕਿ 12 ਵਿੱਚ ਉਹ ਜਿਹੜਾ ਰਿਵਾਰਡ ਸੈਣੀ ਸਾਹਿਬ ਨੇ ਦਿੱਤਾ ਇਹਨਾਂ ਨੂੰ ਵੀ ਤੁਸੀਂ ਮੈਨੂੰ ਉੱਥੋਂ ਮੇਰੀ ਖਲਾਸੀ ਕਰਾਈ ਆ ਫਿਰ ਜਦੋਂ ਇਹਨਾਂ ਨੇ ਸਰਕਾਰ ਬਣਾਤੀ ਸੈਣੀ ਨੇ ਸਰਕਾਰ ਜੋੜ ਲਾ ਕੇ ਬਣਾਤੀ ਤੇ ਫਿਰ ਇਹਨਾਂ ਨੇ ਮੁੜ ਕੇ ਉਹਨੂੰ ਰਿਵਾਰਡ ਦੇ ਦਿੱਤਾ ਕਿ ਉਹਨੂੰ ਡਾਇਰੈਕਟਰ ਵਿਜੀਲੈਂਸ ਤੋਂ ਚੁੱਕ ਕੇ ਤੇ DGP ਬਣਾ ਜੀ ਲੇਕਿਨ ਇਹੋ ਜਿਹੇ ਇਨਸਾਨ ਨੂੰ ਜਿਹਨੇ ਮਹਾਨ ਗਲਤੀਆਂ ਕੀਤੀਆਂ ਹਰ ਇੱਕ ਦੇ ਮਨ ਵਿੱਚ ਜਿਹਦੇ ਪ੍ਰਤੀ ਬੜਾ ਰੋਸ ਆ ਕਿ ਸੈਂਕੜੇ ਨੌਜਵਾਨ ਜਿਹੜੇ ਨੇ ਉਹ ਪੂਰੇ ਵਰਗੇ ਬਦਮਾਸ਼ ਨੂੰ ਨਾਲ ਲੈ ਕੇ ਜੀ ਇਹਨਾਂ ਨੇ ਕਈ ਘਰ ਜਾੜਤੇ ਜਟਾਣੇ ਵਰਗੇ ਸਾਰਾ ਪਰਿਵਾਰ ਮਾਰ ਦਿੱਤੇ ਔਰ ਭੁੱਲਰ ਦੇ ਮਾਸਟਰ ਨੂੰ ਉਹਦੇ ਫਾਦਰ ਨੂੰ ਇਹਨਾਂ ਨੇ ਚੁੱਕ ਕੇ ਮਾਰਤਾ ਪਤਾ ਹੀ ਨਹੀਂ ਕਿ ਤੇ ਮੈਂ ਇਹ ਗੱਲ ਕਹੂੰਗਾ ਕਿ ਹੁਣ ਜੇ FIR ਦਰਜ ਹੋਈ ਆ ਇਹਦੀ ਇੱਕ ਸਿੱਟ ਬਣਨੀ ਚਾਹੀਦੀ ਆ ਜੀ ਮੈਂ ਮੌਜੂਦਾ ਗਵਰਨਮੈਂਟ ਨੂੰ ਕਹੂੰਗਾ ਕਿ ਇੱਕ ਸਿੱਟ ਬਣਾਓ ਜਿਹੜੇ ਬਾਕੀ ਲੋਕ ਰੋਂਦੇ ਫਿਰਦੇ ਨੇ ਹੁਣ ਵੀ ਗਲੀਆਂ 'ਚ ਜਿਨ੍ਹਾਂ ਦੇ ਮਾਪਿਓ ਮਰ ਗਏ ਆ ਅਗਲੀ ਪੀੜ੍ਹੀ ਆ ਗਈ ਆ ਜਿਹੜੇ ਰੋਂਦੇ ਫਿਰਦੇ ਆ ਕਿ ਸਾਡੇ ਨਜਾਇਜ਼ ਧੀਆਂ ਪੁੱਤ ਮਾਰਦੇ ਉਸ ਵੇਲੇ ਪੁਲਿਸ ਮੁਕਾਬਲਿਆਂ 'ਚ ਉਹਦੀ ਸਾਰੀ ਇਨਕੁਆਇਰੀ ਹੋਵੇ ਤਾਂ ਕਿ ਜਿਹੜਾ ਸੱਚ ਆ ਉਹ ਸਾਹਮਣੇ ਆਵੇ ਅੱਜ ਆਇਆ ਅੱਜ ਪੇਪਰਾਂ ਵਿੱਚ ਵੀ ਆਇਆ ਸਾਰੇ ਆਇਆ ਕਿ ਅੱਜ ਕਲੇਰ ਜਿਹੜਾ ਆ ਇਹ ਜੀ ਆਪਣੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਕਹਿੰਦਾ ਜੀ ਇਹ ਬੁਲਾਰਾ ਆਇਆ ਕੋਈ ਕਹਿੰਦੇ ਜੀ ਇਹਨਾਂ ਨੂੰ ਉੱਥੇ ਲਾਇਆ ਆ ਉਹਨੇ ਕਹਿਤਾ ਜੀ ਠੀਕ ਆ ਜੀ ਮੈਂ ਇਹਦਾ ਵਕੀਲ ਸਾਂ ਜੀ ਤੇ ਮੈਂ ਲੋਕਾਂ ਦੀਆਂ ਭਾਵਨਾਵਾਂ ਕਰਕੇ ਤੇ ਮੈਂ ਹੁਣ ਇਹਦਾ ਕੇਸ ਨਹੀਂ ਲੜਾਂਗਾ ਗੱਲ ਇਹ ਨਹੀਂ
ਗੱਲ ਇਹ ਆ ਕਿ ਤੁਹਾਡੀ ਨੇੜਤਾ ਕਿਹਦੇ ਨਾਲ ਵਾ? ਬਾਦਲ ਸਾਹਿਬ ਦੇ ਕੇਸ ਇਹ ਲੜਦਾ ਰਿਹਾ ਪਰਿਵਾਰ, ਇਹ ਦੋਵੇਂ ਦੋ ਪੁੱਤ ਲੜਦੇ ਰਹੇ ਜੀ। ਹੋਰ ਵੀ ਬੀਬੀ ਜਗੀਰ ਕੌਰ ਦਾ ਕੇਸ ਇਹਨਾਂ ਲੜਿਆ, ਨਗਾਹ ਦਾ ਕੇਸ ਇਹਨਾਂ ਲੜਿਆ। ਇਹ ਅਕਾਲੀ ਦਲ ਨਾਲ, ਬਾਦਲ ਪਰਿਵਾਰ ਨਾਲ ਜਾਤੀ ਤੌਰ ਤੇ ਸੰਬੰਧਿਤ ਲੋਕ ਨੇ ਜੀ। ਔਰ ਉਹ ਲੋਕ ਹੀ ਇਸ ਵੇਲੇ ਉਹਨਾਂ ਲੋਕਾਂ ਦੀ ਪੈਰਵਾਈ ਜਿਹੜੀ ਆ ਉਹ ਕਰ ਰਹੇ ਆ। ਇਹਦੇ ਤੋਂ ਸਾਬਤ ਆ ਸਿੱਧੀ ਗੱਲ ਤੇ ਇਹ ਸਾਰੀ ਗੱਲ ਜਿਹੜੀ ਆ ਇਹ ਬਾਦਲ ਪਰਿਵਾਰ ਇਹਦੇ ਵਾਸਤੇ ਜ਼ਿੰਮੇਵਾਰ ਆ। ਤੇ ਸੈਣੀ ਦੀ ਤੇ ਬਾਦਲ ਸਾਹਿਬ ਦੀ ਜਿਹੜੀ ਨੇਤਾ ਇਹ ਆਪੋ ਆਪਣੇ ਲੋੜਾਂ ਦੀ ਨੇਤਾ ਹੈ ਜੀ। ਉਹਨਾਂ ਨੂੰ ਪੋਲਿਟਿਕਸ ਵਾਸਤੇ ਪੁਲਿਸ ਦੀ ਜਿਹੜਾ ਮੈਨ ਪਾਵਰ ਉਹਦੀ ਲੋੜ ਸੀ, ਇਸ ਕਰਕੇ ਉਹਨਾਂ ਉਹਨੂੰ ਵਰਤ ਲਿਆ ਤੇ ਉਹਦੇ ਅਭਿਆਨੇ ਵਿੱਚ ਬਾਦਲਾਂ ਨੇ ਜਿਹੜੇ ਕੇਸ ਸੀਗੇ ਉਹਦੇ ਢਿੱਲੇ ਮੱਥੇ ਕਰਾਤੇ। ਸੋ ਇਸ ਕਰਕੇ ਇੱਥੇ ਇਨਸਾਫ ਕਿੱਥੇ ਮਿਲਣਾ ਜੀ? 30 ਸਾਲ ਬਾਅਦ ਤੇ ਅੱਗੇ ਹੁਣ ਐਫਆਈਆਰ ਹੋਈ ਆ, ਹੁਣ ਜੇ ਕੇਸ ਵੀ ਚੱਲਦਾ ਵਾ ਤੇ ਫਿਰ ਵੀ ਇਹਨਾਂ ਲੋਕਾਂ ਦੇ ਇੰਨੇ ਹੱਥ ਲੰਮੇ ਨੇ ਕਿ ਇਹ 30 ਸਾਲ ਹੋਰ ਲਗਾ ਦੇਣਗੇ, ਉਹਨੇ ਚਿਰ ਨੂੰ ਉਹਦੀ ਬਾਬੇ ਦੀ ਕਿਰਪਾ ਹੋ ਜਾਣੀ ਆ ਜੀ। ਸੋ ਇਸ ਕਰਕੇ ਇੱਥੇ ਉਹ ਕੀ ਆਂਦਾ ਜਸਟਿਸ ਚਲੇ, ਜਸਟਿਸ ਜਨਾਈ, ਇੱਥੇ ਵੀ ਜਸਟਿਸ ਮਿਲਦਾ ਹੀ ਨਹੀਂ। ਆ 84 ਦਾ ਕਤਲੇਆਮ ਹੋਇਆ ਤੇ ਕਿੰਨਾ ਚਿਰ ਹੋ ਗਿਆ, ਸਿਰਫ ਇੱਕ ਬੰਦਾ ਅੰਦਰ ਗਿਆ ਜੀ ਤੇ ਕੀ ਉਹਦੇ ਚ ਮਿਲਿਆ? ਇੰਨੇ ਹਜ਼ਾਰ ਲੋਕਾਂ ਦਾ ਕਤਲੇਆਮ ਹੋਇਆ ਹੋਵੇ ਜੀ। ਇਸ ਕਰਕੇ ਇਹ ਲੋਕਾਂ ਦੇ ਹੱਥ ਬੜੇ ਲੰਮੇ ਨੇ। ਲੇਕਿਨ ਇੱਕ ਗੱਲ ਜਿਹੜੀ ਆ ਕਿ ਜੱਗ ਜਾ ਰਿਹਾ ਕਿ ਸੈਣੀ ਤੇ ਬਾਦਲ ਪਰਿਵਾਰ ਇੱਕਮਿਤ ਨੇ ਤੇ ਮੈਂ ਤੇ ਇਹ ਵੀ ਆਖੂੰਗਾ ਵੀ ਇਹ ਵੀ ਕੋਈ ਪਤਾ ਨਹੀਂ ਕਿ ਜਿੱਦਾਂ ਸੈਣੀ ਅੱਗੇ ਪਹਿਲਾਂ ਬਾਦਲਾਂ ਨਾਲ ਚੱਲਦਾ ਸੀ, ਮੁੜ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਚੱਲਣ ਡਿਆ ਪਿਆ, ਫਿਰ ਕੈਪਟਨ ਨੂੰ ਛੱਡ ਦਿੱਤਾ ਤੇ ਬਾਦਲਾਂ ਨਾਲ ਚੱਲਣ ਡਿਆ ਪਿਆ। ਇਹ ਵੀ ਕੋਈ ਪਤਾ ਨਹੀਂ ਇਹ ਕਿਹੜੇ ਵੇਲੇ ਹੋਣ ਵਾਲੇ ਨਾਲ ਵੀ ਇਹਦੀ 16 ਸਾਲਾਂ ਵਜੇ ਤੇ ਕੰਮ ਫੇਰ ਤੇ ਸੱਪ ਸੁੱਪ ਕਰ ਦੇਣਾ। ਮੈਂ ਇੱਕ ਬੇਨਤੀ ਕਰੂੰਗਾ ਅਜੇ ਅਕਾਲ ਤਖਤ ਸਾਹਿਬ ਦੇ ਜੈਸਾ ਜੀ, ਇਹ ਸਾਰੇ ਪ੍ਰਖੇਪ ਵਿੱਚ ਜਿੰਨੀਆਂ ਅਸੀਂ ਗੱਲਾਂ ਬਾਤਾਂ ਕੀਤੀਆਂ ਜਾਂ ਜੋ ਕੁਝ ਵੀ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ 'ਚ ਜੋ ਕੁਝ ਵੀ ਆਇਆ ਉਹਦਾ ਸੂ ਮੋਟੋ ਐਕਸ਼ਨ ਲੈਣ ਜੀ। ਇਹ ਦੋਹਾਂ ਪਿਓ ਪੁੱਤਾਂ ਨੂੰ ਅਕਾਲ ਤਖਤ ਤੇ ਤਲਬ ਕਰਨ ਤੇ ਬਿਲਕੁਲ ਲਾਲਪੁਰਾ ਸਾਹਿਬ ਨੇ ਗੱਲ ਠੀਕ ਕੀਤੀ ਹੈ ਕਿ ਪੰਜਾਬ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ ਨੇ ਤੇ ਜਦੋਂ ਪਹਿਲੀ ਬਾਦਲ ਸਾਹਿਬ ਦੀ ਸਰਕਾਰ ਬਣੀ ਆ ਤੇ ਆਪਣੇ ਬਾਬਾ ਬੂਝਾ ਸਿੰਘ ਹੋਣੀ ਜਿਹੜੇ ਕਮਿਊਨਿਸਟ ਲੀਡਰ ਸੀਗੇ, ਆਪਣੇ ਨਸਲਾਈ ਸੀਗੇ, ਉਹਨਾਂ ਦਾ ਕਤਲ ਹੋਇਆ ਸੀਗਾ ਜੀ। ਇਹ ਉਦੋਂ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਹੋਏ, ਹੁਣੇ ਰੌਲਾ ਪਾਉਂਦੇ ਆ, ਆਪਣੇ ਆਪ ਨੂੰ ਪੰਥਕ ਕਹਿੰਦੇ ਆ ਤੇ ਬਾਦਲ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਇਹਨਾਂ ਦੀ ਪਹਿਲੀ ਸਰਕਾਰ 'ਚ ਝੂਠੇ ਪੁਲਿਸ ਮੁਕਾਬਲੇ ਨਸਲਾਈ ਤਾਂ ਇਹਨਾਂ ਨੇ ਮਾਰੇ ਨਹੀਂ ਗੇ। ਹੁਣ ਦੂਜਿਆਂ ਦੇ ਇਲਜ਼ਾਮ ਲਾਉਂਦੇ ਆ ਤੇ ਸਾਡੇ ਇਹਨਾਂ ਨੇ ਝੂਠੇ ਫਿਰ ਇਹ ਉਹਨਾਂ ਨੂੰ ਸ਼ੈਲਟਰ ਕਰਦੇ ਰਹੇ ਆ। ਇਹ ਚਿੱਠੀਆਂ ਵੀ ਹੁਣ ਜੱਗ ਜ਼ਾਹਰ ਹੋ ਗਈਆਂ ਜੀ। ਜਿਹੜੀ ਲੌਂਗੋਵਾਲ ਸਾਹਿਬ ਦੀ ਚਿੱਠੀ ਤੁਸੀਂ ਵੀ ਵੇਖੀ ਹੋਊਗੀ, ਮੀਡੀਆ 'ਚ ਆ ਚੁੱਕੀ ਆ ਜੀ, ਜਿਹਦੇ ਵਿੱਚ ਸਪਸ਼ਟ ਲਿਖਿਆ ਕੇਂਦਰ ਸਰਕਾਰ ਨੂੰ ਜੀ। ਔਰ ਉਹਦੇ ਵਿੱਚ ਉਹਨੇ ਇਹ ਵੀ ਕਿਹਾ ਵਾ ਵੀ ਬਾਦਲ ਸਾਹਿਬ ਸਾਰੀ ਸਿਚੁਏਸ਼ਨ ਤੁਹਾਨੂੰ ਦੱਸ ਕੇ ਗਏ ਆ, ਤੁਹਾਡੇ ਨਾਲ ਮੀਟਿੰਗਾਂ ਕਰਦੇ ਰਹੇ ਆ ਤੇ ਤੁਹਾਨੂੰ ਸਾਰਾ ਪਤਾ ਆ। ਤੇ ਜਿਹੜੀ KTS ਗਿੱਲ ਨੇ ਕਿਤਾਬ ਲਿਖੀ ਆ ਉਹਨੇ ਵੀ ਕਿਹਾ ਵੀ ਬਾਦਲ ਸਾਹਿਬ ਜਦੋਂ ਬਾਹਰ ਹੁੰਦੇ ਸੀ ਸਾਡੇ ਖਿਲਾਫ ਬਿਆਨ ਦਿੰਦੇ ਸੀ ਝੂਠੇ ਮੁਕਾਬਲੇ ਕਰਦੇ ਆ ਤੇ ਰਾਤ ਨੂੰ ਆਣ ਕੇ ਮੇਰੇ ਨਾਲ ਸਲਾਹ ਕਰਦੇ ਸੀ ਤੁਸੀਂ ਬੜਾ ਚੰਗਾ ਕਰ ਰਹੇ ਹੋ ਜੀ। ਸੋ ਇਸ ਕਰਕੇ ਇਹ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਸਾਡੀ ਲੀਡਰਸ਼ਿਪ ਨੇ ਕੀਤੀਆਂ ਨੇ ਉਹਨੇ ਬੇੜਾ ਗਰਕ ਕੀਤਾ ਕੌਮ ਦਾ ਤੇ ਪੰਜਾਬ ਦਾ। ਇਹ ਹਾਲਾਤ ਜਿਹੜੇ ਨੇ ਇਹਨਾਂ ਵਾਸਤੇ ਸਾਡੀ ਉਹ ਲੀਡਰਸ਼ਿਪ ਜ਼ਿੰਮੇਵਾਰ ਆ ਜਿਨ੍ਹਾਂ ਨੇ 40 ਸਾਲ ਲਗਾਤਾਰ ਕੌਮ ਦੀ ਅਗਵਾਈ ਕੀਤੀ। ਮੈਂ ਸਿੱਖਵਾਂ ਸਾਹਿਬ ਤੁਹਾਡੇ ਵੱਲ ਪਰਤਦਾ ਹੈ, ਲੇਕਿਨ ਲਾਲਪੁਰਾ ਸਾਹਿਬ ਨੇ ਸਾਰੀ ਗੱਲਬਾਤ ਸੁਣ ਲਈ ਹੈ ਨਾਲ ਲਾਲਪੁਰਾ ਸਾਹਿਬ ਜਿੱਥੋਂ ਸਿੱਖਵਾਂ ਸਾਹਿਬ ਛੱਡਦੇ ਆ, ਜੇ ਅਸੀਂ ਇਹਨੂੰ ਹੀ ਪਕੜਨਾ ਹੋਵੇ ਇਸੇ ਤੰਦ ਨੂੰ, ਤੇ ਜੇ ਜਥੇਦਾਰ ਅਕਾਲ ਤਖਤ ਸਾਹਿਬ ਵੀ ਉਹਨਾਂ ਨੇ ਅਪੁਆਇੰਟ ਕਰਨੇ ਆ, ਆਖਿਰਕਾਰ ਤਾਂ ਜਦੋਂ ਵੀ ਕੋਈ ਦੇਖੋ ਇਹ ਬੜਾ ਕਈ ਤਰ੍ਹਾਂ ਦੇ ਇਲਜ਼ਾਮ ਆਉਂਦੇ ਆ। ਮੈਂ ਇਸ ਗੱਲ 'ਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਉਹ ਹਸਤੀਆਂ ਬੜੀਆਂ ਉੱਚੀਆਂ ਨੇ, ਉਹ ਜਗ੍ਹਾ, ਉਹ ਸੰਸਥਾਵਾਂ ਜਿਨ੍ਹਾਂ ਨੂੰ ਅਸੀਂ ਭੋਰਾ ਭਰ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਇੱਕ ਲਫ਼ਜ਼ ਨਾਲ ਵੀ। ਲੇਕਿਨ ਫੈਸਲੇ ਕਰਨ ਲੱਗਿਆ, ਫੈਸਲੇ ਜਿਹੜੇ ਪ੍ਰਾਥਮਿਕਤਾ ਤੇ ਲੈਣ ਲੱਗਿਆ, ਜੋ ਕੁਝ ਵਾਪਰ ਰਿਹਾ ਉਹਨੂੰ ਦੇਖ ਕੇ ਕੋਈ ਉਮੀਦ ਜਾਪਦੀ ਨਹੀਂ ਕਿ ਇਹਨਾਂ ਏਡੇ ਵੱਡੇ ਘਟਨਾਕ੍ਰਮਾਂ ਨੂੰ, ਏਡੇ ਵਿਸਥਾਰਤ ਜਿਹੜੇ ਸਿੱਖਵਾਂ ਸਾਹਿਬ ਨੇ ਤੁਸੀਂ ਗੱਲਾਂ ਕੀਤੀਆਂ, ਇਹਨਾਂ ਤੇ ਕੋਈ ਧਿਆਨ ਨਹੀਂ ਦਿੰਦਾ, ਅੱਖਾਂ ਮੀਟ ਲੀਆਂ ਜਾਂਦੀਆਂ। ਸੋ ਤੁਸੀਂ ਪੁਲਿਸ ਪ੍ਰਸ਼ਾਸਨ 'ਚ ਰਹੇ ਹੋ ਤੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਇਹਨਾਂ ਪੋਲੀਟੀਸ਼ੀਅਨਸ ਨਾਲ ਰਿਸ਼ਤਾ ਹੈ ਤੇ ਫਿਰ ਉਸ ਰਿਸ਼ਤੇ ਦੇ ਵਿੱਚੋਂ ਜੋ ਨਿਕਲਦਾ ਪਿਆ ਇਹਨੂੰ ਕਿਹੜੇ ਸੰਦਰਭ ਦੇ ਵਿੱਚ ਆਂਕੀਏ ਤੇ ਇਹ ਭਵਿੱਖ ਵਿੱਚ ਅਸੀਂ ਇਹਨੂੰ ਹੋਰ ਵਿਸਥਾਰ ਲੈਂਦਾ ਦੇਖਾਂਗੇ ਜਾਂ ਮੋੜਾ ਪੈਣ ਦੀ ਸੰਭਾਵਨਾ ਹੈ। ਕਿਉਂਕਿ ਜੇ ਇਸ ਧਰਤੀ ਨੂੰ ਬਚਾਉਣਾ ਹੈ
ਇੱਥੇ ਇੱਥੇ ਕਿਉਂਕਿ ਹੁਣ ਲੋਕ ਸਾਧਨ ਸਮਰੱਥ ਹੈ, ਦੁਨੀਆ 'ਚ ਜਾਣ ਲੱਗਿਆ ਮਿੰਟ ਲਾਉਂਦੇ ਆ। ਜੇਕਰ ਇੰਝ ਹੀ ਹੁੰਦਾ ਰਿਹਾ ਤੇ ਜਿਹੜੇ ਠੀਕ ਠਾਕ ਲੋਕ ਆ ਉਹ ਤਾਂ ਵਸਣੇ ਨਹੀਂ, ਤੇ ਹੌਲੀ ਹੌਲੀ ਇਹਦੀ ਸਥਿਤੀ ਜੋ ਬਣਦੀ ਪਈ ਆ ਉਹ ਤੁਹਾਡੇ ਮੇਥੋਂ ਸਾਰਿਆਂ ਤੋਂ ਲੁਕੀ ਹੋਈ ਨਹੀਂ। ਦੇਖੋ ਦਾਵਾ ਸਾਹਿਬ, ਪਹਿਲਾਂ ਤਾਂ ਮੈਂ ਇਸ ਪ੍ਰੈਜ਼ੈਂਟ ਕੇਸ ਦੀ ਗੱਲ ਕਰਦਾ ਜੀ। ਸ਼ੇਖਵਾ ਸਾਹਿਬ ਨੇ ਬਹੁਤ ਅੱਛੇ ਢੰਗ ਨਾਲ ਸਾਰੀ ਗੱਲ ਕੀਤੀ ਹੈ। ਕੁਝ ਬਾਦਲ ਸਾਹਿਬ ਦੇ 3 ਐਡਵਾਈਜ਼ਰ ਸੀ ਮੇਨ ਜੀ, ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ। ਉਹ ਐਡਵਾਈਜ਼ਰਾਂ ਦਾ ਤੇ ਬਾਦਲ ਸਾਹਿਬ ਨੇ ਮਿਲ ਕੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਜੀ। ਜਥੇਦਾਰਾਂ ਨੂੰ ਵਿਚਾਰੇ ਭਾਈ ਰਣਜੀਤ ਸਿੰਘ ਨੂੰ ਵੀ ਸਾਈਡ ਤੇ ਕੀਤਾ। ਉਹ ਜੇ ਉਹਨਾਂ ਨੇ ਹੁਕਮਨਾਮਾ ਕੀਤਾ ਕਿ ਤੁਸੀਂ ਆ ਕੇ ਪੇਸ਼ ਹੋ ਜੀ, ਤੇ ਇਹ ਪੇਸ਼ ਵੀ ਨਹੀਂ ਹੋਏ। ਇੱਕ ਗੱਲ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ, ਸੰਸਥਾਵਾਂ ਨੂੰ ਨੀਵਾਂ ਦਿਖਾਉਣ ਦੇ ਵਾਸਤੇ ਜੋ ਕੁਝ ਹੁੰਦਾ ਰਿਹਾ ਸਾਡੇ ਸਾਹਮਣੇ ਆ ਸਾਰਿਆਂ ਦੇ, ਔਰ ਕਿਸ ਤਰ੍ਹਾਂ ਹੁੰਦਾ। ਅੱਜ ਵੀ ਅਸੀਂ ਭਾਈ ਹਰਪ੍ਰੀਤ ਸਿੰਘ ਹੋਰਾਂ ਦੀ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਆ ਜੀ। ਲੇਕਿਨ ਫੈਸਲੇ ਤਾਂ ਫੇਰ ਪਿੱਛੋਂ ਹੁੰਦੇ ਆ। ਉਹਨਾਂ ਨੇ ਕਰਨਾ ਕਿ ਅਸੀਂ ਕੀ ਕਰਨਾ ਕਿ ਨਹੀਂ ਕਰਨਾ। ਇਹ ਕੇਸ ਤਾਂ ਸਾਨੂੰ ਦੁਬਾਰਾ ਮੰਗ ਕਰਨੀ ਚਾਹੀਦੀ ਹੈ ਕਿ ਜੇ 2011 ਦੇ ਵਿੱਚ ਸੀਬੀਆਈ ਤੋਂ ਵਾਪਸ ਲਿਆ ਤੇ ਇਹ ਕੇਸ ਦੁਬਾਰਾ ਸੀਬੀਆਈ ਕੋਲ ਜਾਣਾ ਚਾਹੀਦਾ ਜੀ। ਔਰ ਇਹਦੇ ਦੁਬਾਰਾ ਜਿਹੜੀ ਹੈ ਨਾ, ਇਹਦੇ ਲਈ ਸਾਨੂੰ ਸੁਪਰੀਮ ਕੋਰਟ 'ਚ ਅਪਰੋਚ ਕਰਨੀ ਚਾਹੀਦੀ ਹੈ ਜਾਂ ਹਾਈ ਕੋਰਟ ਦੇ ਵਿੱਚ ਹੀ ਚਾਹੀਦਾ ਹੈ ਕਿ ਕੇਸ ਜਿਹੜਾ ਅਸੀਂ ਟੇਕ ਅਪ ਕਰੀਏ ਤੇ ਜੋ ਲੀਗਲ ਬਣਦਾ ਹੈ ਕਿ ਦਿਸ ਕੇਸ ਸ਼ੁੱਡ ਬੀ ਹੈਂਡਡ ਓਵਰ ਟੂ ਦਾ ਸੀਬੀਆਈ। ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਹਿੱਤਾਂ ਨੂੰ ਕਿਵੇਂ ਕਤਲ ਕੀਤਾ ਗਿਆ, ਇਹਦੇ ਤੇ ਇੱਕ ਵੱਡਾ ਸਾਨੂੰ ਬਹਿ ਕੇ ਬੜੇ ਅੱਛੇ ਲੋਕ ਨੇ। ਮੈਨੂੰ ਯਾਦ ਹੈ ਸਾਡੇ ਬਹੁਤ ਹੀ ਇਮਾਨਦਾਰ ਡੀਜੀਪੀ ਪੰਜਾਬ ਦੇ ਹੋਏ ਆ ਜਿਹੜੇ ਕਿਸੇ ਸਟੇਟ ਦੇ ਗਵਰਨਰ ਵੀ ਰਹੇ। ਉਹ 97 ਦੇ ਵਿੱਚ ਜਦੋਂ ਸਰਕਾਰ ਬਣੀ ਆ ਉਹ ਡੀਜੀਪੀ ਬਣਨ ਦੇ ਯੋਗ ਸੀ। ਲੇਕਿਨ ਉਹਨਾਂ ਦੇ ਬਾਰੇ ਗੱਲ ਵੀ ਕੀਤੀ ਗਈ ਕਿ ਜੇ ਉਹਨਾਂ ਨੂੰ ਤੁਸੀਂ ਲਾ ਦਿਓ ਤੇ ਉਹ ਬੰਦੇ ਜਿਹੜੇ ਆ ਨਾ ਪੰਜਾਬ ਦੇ ਵਿੱਚ ਸੁਧਾਰ ਲਿਆ ਸਕਦੇ ਆ, ਸੱਚ ਲਿਆ ਸਕਦੇ ਆ। ਲੇਕਿਨ ਉਹਨਾਂ ਨੂੰ ਇਸ ਕਰਕੇ ਨਹੀਂ ਲਾਇਆ ਕਿ ਇਹਨਾਂ ਨੇ ਕੇਵਲ ਤੇ ਕੇਵਲ ਸੱਚ ਕਰਨਾ ਹੈ। ਉਹ ਪੰਜਾਬ ਛੱਡ ਕੇ ਜੰਮੂ ਕਸ਼ਮੀਰ ਚਲੇ ਗਏ। ਜੰਮੂ ਤੋਂ ਉਹ ਜਾ ਕੇ BSF ਦੇ ਡੀਜੀਪੀ ਬਣ ਗਏ। ਉਹ ਤਾਂ ਬਹੁਤ ਵੱਡੀਆਂ ਪੋਸਟਾਂ ਤੇ ਰਹੇ, ਲੇਕਿਨ ਉਹਨਾਂ ਦਾ ਅਸੀਂ ਲਾਭ ਪੰਜਾਬ 'ਚ ਕੀ ਖੱਟਿਆ ਇਹ ਸਾਨੂੰ ਸਾਰਿਆਂ ਦੇ ਸਾਹਮਣੇ ਹੈ। ਦੂਜੀ ਗੱਲ ਹੈ ਕਿ ਔਲਖ ਸਾਹਿਬ ਨੂੰ ਪੰਜਾਬ ਦੇ ਵਿੱਚ ਇੱਥੇ ਡੀਜੀਪੀ ਸੀ, ਉਹਨਾਂ ਨੂੰ ਕਿਸ ਢੰਗ ਨਾਲ ਸੇਖਵਾਂ ਸਾਹਿਬ ਨੂੰ ਯਾਦ ਹੋਣਾ ਕਿਵੇਂ ਉਹਨਾਂ ਨੂੰ ਇੱਥੋਂ ਹਟਾਇਆ ਗਿਆ, ਕਿਉਂਕਿ ਉਹ ਸੱਚ ਕਰਦੇ ਸੀ। ਜਦੋਂ ਇਹ ਮੈਨੂੰ ਯਾਦ ਹੈ ਕਿ ਵਿਦਾਂਤੀ ਸਾਹਿਬ ਨੂੰ ਵੀ ਅਪਰੋਚ ਕਰ ਰਹੇ ਸੀ ਕਿ ਤੁਸੀਂ ਮਾਫ ਕਰ ਦਿਓ, ਮੇਰੀ ਅੰਮ੍ਰਿਤਸਰ ਪੋਸਟਿੰਗ ਸੀ, ਅਸੀਂ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਇਸ ਗੱਲ ਸਾਡੇ ਨਾਲ ਕਿਹੜੀ ਸਲਾਹ ਕਰ ਲੈਂਦੇ ਸੀ ਐਸ ਰਾਈਟਰ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਗਲਤ ਲਿਖਿਆ, ਇਹ ਤੁਸੀਂ ਜਿੱਥੋਂ ਵੀ ਆਈ ਕੇਂਦਰ ਚੋਂ ਕੌਣ ਲੈ ਕੇ ਆਇਆ ਸੀ ਇਹ ਹਰ ਇੱਕ ਨੂੰ ਪਤਾ ਹੈ, ਤੁਸੀਂ ਰਾਮ ਰਹੀਮ ਨੂੰ ਮਾਫ ਨਾ ਕਰੋ। ਉਹਨਾਂ ਨੇ ਨਹੀਂ ਮਾਫ ਕੀਤਾ, ਉਹਨਾਂ ਨੂੰ ਹਟਾਇਆ ਗਿਆ। ਉਸੇ 'ਚ ਔਲਖ ਸਾਹਿਬ ਨੂੰ ਭਜਾਇਆ ਗਿਆ, ਉਸੇ 'ਚ ਮੈਨੂੰ ਭਜਾਇਆ ਗਿਆ। ਗੱਲ ਇਹ ਹੈ ਕਿ ਜਿਹੜੀ ਪੰਥ ਦੀ ਗੱਲ ਹੈ ਨਾ ਤਾਂ ਬਾਦਲ ਸਾਹਿਬ ਨੇ ਸਿੱਖ ਜਿਹੜੀ ਇਹਨਾਂ ਦੀ ਸਰਕਾਰ ਉਸ ਵੇਲੇ ਦੀ ਪੰਜਾਬ ਦੇ ਵਿੱਚ ਇੱਕ ਲੌਬੀ ਹੈ ਜਿਹੜੀ ਸਿੱਖਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ। ਲਾਲਪੁਰਾ ਸਾਹਿਬ ਬਾਦਲ ਸਾਹਿਬ ਹਮੇਸ਼ਾ ਉਸ ਲਾਲਪੁਰਾ ਸਾਹਿਬ ਮੈਂ ਇੱਥੋਂ ਅੱਗੇ ਇੱਕ ਕਦਮ ਨਹੀਂ ਵੱਧ ਸਕਦਾ ਕਿਉਂਕਿ ਲੋਕਾਂ ਨੇ ਮੈਨੂੰ ਵੀ ਲਾਹਨਤਾਂ ਪਾਉਣੀਆਂ ਕਿ ਲਾਲਪੁਰਾ ਸਾਹਿਬ ਸੱਚ ਦੱਸਣ ਲੱਗੇ ਸੀ, ਥੋੜੇ ਪਿਛਾਂਹ ਹਟ ਗਏ ਕਿ ਇਹ ਜਿਹੜੀ ਸੌਦਾ ਸਾਧ ਨੂੰ ਮਾਫੀ ਵਾਲਾ ਪੱਤਰ ਸੀ, ਤੁਹਾਡੀ ਕੀ ਸਲਾਹ ਸਲੂਹ ਇਹਨਾਂ ਨੇ ਲਈ ਤੇ ਕੀ ਕੁਝ ਹੋਇਆ ਜਰਾ ਵਿਸਥਾਰ ਚ ਦੱਸ ਦਿਓ, ਕਿਉਂਕਿ ਉਸੇ ਹੀ ਸੰਦਰਭ ਦੇ ਵਿੱਚ ਬਾਅਦ ਦੇ ਵਿੱਚ ਬਹਿਬਲ ਕਲਾਂ ਬਰਗਾੜੀ ਵਾਪਰਦਾ ਜਿਹਦੇ ਚ ਸੈਣੀ ਤੇ ਬਾਕੀ ਸਾਰੀ ਦੀ ਸਾਰੀ ਲਾਈਨ ਲੱਗੀ ਹੋਈ ਹੈ ਲੋਕਾਂ ਦੀ ਕਟਹਿਰੇ ਦੇ ਵਿੱਚ ਨੇ, ਸ਼ੱਕ ਦੇ ਘੇਰਿਆਂ ਚ ਬਾਦਲ ਸਾਹਿਬ ਤੇ ਉਹਨਾਂ ਦਾ ਪੁੱਤਰ ਦੋਵੇਂ ਵੱਡੇ ਅਹੁਦੇ ਤੇ ਸੀਗੇ, ਇੱਕ ਗ੍ਰਹਿ ਮੰਤਰੀ, ਦੂਜਾ ਮੁੱਖ ਮੰਤਰੀ, ਤੀਜਾ DGP, ਚੌਥਾ IG। ਸੋ ਅਜੇ ਵੀ ਫੈਸਲੇ ਹੋਣੇ ਆ ਕਿ ਆਖਰ 2 ਬੰਦੇ ਮਰ ਜਾਂਦੇ ਆ, ਪਾਠ ਪੂਜਾ ਕਰਦਿਆਂ ਤੇ ਗੋਲੀ ਚੱਲਦੀ ਆ, ਲੇਕਿਨ ਉਹਦਾ ਬੇਸ ਤੁਸੀਂ ਦੱਸਿਆ ਉੱਥੋਂ ਗਾਹ ਤੁਰਨ ਨੂੰ ਜੀ ਨਹੀਂ ਕਰਦਾ, ਜਰਾ ਉੱਥੇ ਵਿਸਥਾਰ ਨਾਲ ਚਾਨਣਾ ਪਾਇਓ। ਮੈਂ ਤੁਹਾਡੇ ਧਿਆਨ 'ਚ ਲਿਆਣਾ ਜੀ, ਇਹਨਾਂ ਨੇ ਇੱਕ ਮਾਫੀਨਾਮਾ ਆਪੇ ਤਿਆਰ ਕੀਤਾ ਸੀ ਚੰਡੀਗੜ੍ਹ। ਅੱਛਾ, ਹਾਂਜੀ। ਤੇ ਉਹ ਮਾਫੀਨਾਮਾ ਤਿਆਰ ਕਰਕੇ ਤੇ ਇਹਨਾਂ ਨੂੰ ਭੇਜਿਆ ਗਿਆ ਵਿਦਾਂਤੀ ਸਾਹਿਬ ਨੂੰ ਕਿ ਤੁਸੀਂ ਇਹਦੇ ਤੇ ਦਸਤਖਤ ਕਰ ਦਿਓ ਜੀ। ਸਰਦਾਰ ਪ੍ਰਿਥੀਪਾਲ ਸਿੰਘ ਸੰਧੂ ਉਹਨਾਂ ਦੇ ਪ੍ਰਾਈਵੇਟ ਸੈਕਟਰੀ ਹੁੰਦੇ ਸੀ ਉਦੋਂ ਜੀ। ਉਹਨਾਂ ਨੇ ਲਾਲਪੁਰਾ ਸਾਹਿਬ ਮੈਂ ਸੌਰੀ ਤੁਹਾਨੂੰ ਮੈਂ ਆਪਣੇ ਡਿਸਟਰਬ ਕੀਤਾ, ਇਹ ਕਲੀਅਰ ਕਰ ਦਿਓ ਵੀ ਇਹ 2 ਵਾਰੀ ਇਹ ਪਹਿਲਾ ਮਾਫੀਨਾਮਾ ਵਾ, ਇਹ ਦੂਜਾ ਮਾਫੀਨਾਮਾ ਜਿਹੜਾ ਆ ਇਹ ਬਾਅਦ ਚ ਆਇਆ ਜਿਹਦੇ ਤੇ ਆ ਮੁੜ ਕੇ ਐਕਸ਼ਨ ਹੋਇਆ, ਇਹ ਤਰ੍ਹਾਂ ਕਲੀਅਰ ਕਰ ਦਿਓ। ਨਹੀਂ ਜੀ, ਇਹ ਦੂਜਾ ਮਾਫੀਨਾਮਾ ਬਾਅਦ ਚ ਆਇਆ, ਮੈਂ 2008 ਦੀ ਗੱਲ ਕਰਦਾ। ਅੱਛਾ, ਹਾਂ
2008 ਵਾਲੀ ਗੱਲ ਮੈਂ ਕਰਦਾ, ਔਲਖ ਸਾਹਿਬ ਡੀਜੀਪੀ ਸੀ ਹਾਂਜੀ ਹਾਂਜੀ ਤੇ ਮੈਂ ਐਸਐਸਪੀ ਅੰਮ੍ਰਿਤਸਰ ਸੀਗਾ। ਜੀ ਹਾਂਜੀ ਜੀ ਤੇ ਇਹ ਜਿਹੜਾ ਆ ਔਰ ਵਿਦਾਂਤੀ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਜੀ ਤੇ ਅਸੀਂ ਜਦੋਂ ਆਇਆ ਮੈਂ ਪੜਿਆ ਉਹਦੀ ਲਿਸਟ ਦੇ ਵਿੱਚ ਕਿਤੇ ਮਾਫੀ ਨਹੀਂ ਸੀ। ਜੀ ਉਹ ਕਹਿੰਦਾ ਸੀ ਕਿ ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਸਤਿਕਾਰ ਕਰਦਾ। ਹਾਂਜੀ ਕਿਸੇ ਲਫ਼ਜ਼ ਦੇ ਵਿੱਚ ਉਹਦੇ ਹਉਮੈ ਸੀ ਔਰ ਆਪਣੇ ਦਸਤਖਤ ਵੀ ਉਹਦੇ ਨਹੀਂ ਸੀਗੇ। ਅੱਛਾ ਅਸੀਂ ਕਿਹਾ, ਮੈਂ ਉਹਨਾਂ ਨੂੰ ਉਹ ਸਾਰੀ ਲਿਸਟ ਮੇਰੇ ਕੋਲ ਹਲੇ ਵੀ ਪਈ ਆ ਉਹਦੀ ਕਾਪੀ। ਬਿਲਕੁਲ ਠੀਕ ਹੈ। ਉਹ ਮੈਂ ਕਿਹਾ ਵੀ ਇਹ ਬਿਲਕੁਲ ਗਲਤ ਆ, ਇਹਦੇ ਤੇ ਜਦੋਂ ਉਹਨੂੰ ਕੌਮ ਨੂੰ ਨਿਮਾਣਾ ਹੋ ਕੇ ਮਾਫੀ ਮੰਗਣੀ ਚਾਹੀਦੀ ਹੈ। ਅੱਛਾ ਹਾਲਤ ਤਾਂ ਕੌਮ ਦੀ ਇਹ ਹੈ, ਮੈਂ ਤੁਹਾਨੂੰ ਸੁਣਾ ਰਿਹਾ ਜੀ ਇਸੇ ਗੱਲ ਨਾਲ ਜੁੜਦੀ ਕਿ ਨੂਰ ਮਹਿਲੀਏ ਨੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਕੁਝ ਸ਼ਬਦ ਬੋਲੇ ਸੀਗੇ ਆਸ਼ੂਤੋਸ਼ ਨੇ। ਮੈਂ AIG CID ਸੀ ਜਲੰਧਰ ਜੀ ਤੇ ਔਲਖ ਸਾਹਿਬ ਦਾ ਵਿਰਕ ਸਾਹਿਬ ਸੀ PG CID ਪੰਜਾਬ। ਮੈਂ ਉਹਨਾਂ ਕੋਲੋਂ ਮਾਫੀਨਾਮਾ ਲਿਖਾਇਆ ਸੀ ਔਰ ਉਹਨਾਂ ਦੀਆਂ ਸਾਰੀਆਂ ਫੋਟੋ ਵਗੈਰਾ ਉਹ ਮੇਰੇ ਕਲਮੀ ਲਿਖਿਆ ਹੋਇਆ ਮਾਫੀਨਾਮਾ। ਉਹਨਾਂ ਨੂੰ ਇਹ ਵੀ ਲਿਖਾ ਕੇ ਭੇਜਿਆ ਸੀ ਇਹਨਾਂ ਨੂੰ, ਜੱਜ ਸਾਹਿਬ ਨੂੰ ਵੀ ਤੇ SCPC ਨੂੰ ਵੀ, ਕਿ ਇਹਦੇ ਤੇ ਤੁਸੀਂ ਜਿਹੜੀ ਕੋਈ ਚੀਜ਼ ਮੇਰੇ ਕੋਲੋਂ ਸੋਧ ਕਰਾਣੀ ਆ ਉਹ ਵੀ ਕਰਾ ਲਓ। ਉਹਨਾਂ ਨੇ 5 ਮੈਂਬਰੀ ਕਮੇਟੀ ਬਣਾਈ, ਲੇਕਿਨ ਉਹਦੀ ਰਿਪੋਰਟ ਜਿਹੜੀ ਆ ਉਹ ਵੀ ਪਬਲਿਸ਼ ਨਹੀਂ ਹੋਣ ਦਿੱਤੀ ਕਿਸੇ ਨੇ, ਕਿਉਂਕਿ ਉਹਨਾਂ ਦੇ ਵਿੱਚ ਇਹ ਸੀ ਕਿ ਆਸ਼ੂਤੋਸ਼ ਦੀਆਂ ਵੀ ਵੋਟਾਂ ਇਹਨਾਂ ਨੇ ਲੈਣੀਆਂ ਸੀ ਜੀ। ਇਹ ਹੁਣ ਦੇਖੋ ਨਾ, ਇੱਕ ਹੋ ਕੀ ਰਿਹਾ ਸੀਗਾ। ਉਸ ਤੋਂ ਬਾਅਦ ਉਸ ਗੱਲ ਦਾ ਤਾਂ ਮੈਂ ਗਵਾਇਆ, ਮੇਰੇ ਹੱਥ ਦੀ ਲਿਖਤ ਆ ਔਰ ਉਹਨਾਂ ਨੇ ਆਸ਼ੂਤੋਸ਼ ਦੇ ਬੰਦਿਆਂ ਨੇ ਆ ਕੇ ਉਸ ਤੇ ਦਸਤਖਤ ਵੀ ਕਰ ਦਿੱਤੇ ਸੀ। ਉਹ ਅਕਾਲ ਤਖਤ ਸਾਹਿਬ ਦਾ ਰਿਕਾਰਡ ਹੋਣਾ, SCPC ਨੇ ਉਹਦੇ ਤੇ ਕਮੇਟੀ ਬਣਾਈ ਔਰ ਮੈਂ ਕੁਦਰਤੀ ਐਜ਼ ਸਿੱਖ ਉਹ ਕਿਤਾਬਾਂ ਵੀ ਦਿੱਤੀਆਂ ਸੀ ਜਿਹਦੇ 'ਚ ਲਿਖਿਆ ਸੀ ਵੀ ਆਹ ਇੱਥੇ ਗਲਤੀ ਹੈ, ਇਹਨਾਂ ਨੂੰ ਮੈਂ ਯੈਲੋ ਮਾਰਕਰ ਲਾ ਕੇ ਦਿੱਤਾ ਸੀਗਾ। ਲੇਕਿਨ ਕਰੀਏ ਕਿ ਜਿਸ ਬੰਦੇ ਨੇ ਜਿਹਨਾਂ ਕੋਲ ਪਾਵਰ ਹੈਗੀ ਆ, ਜੇ ਉਹੀ ਪੰਥ ਦੇ ਹਤੈਸ਼ੀ ਨੇ, ਪੰਥ ਦੇ ਵਿਰੋਧੀ ਆ, ਤੇ ਅੰਦਰ ਬੈਠੇ ਬਾਹਰ ਬੈਠੇ ਅਸੀਂ ਤਾਂ ਹਾਂ ਦਾ ਨਾਰਾ ਮਾਰ ਸਕਦੇ ਹਾਂ। ਇੱਕ ਗੱਲ ਜਦੋਂ ਉਹ 2008 ਚ ਪੱਤਰ ਆਉਂਦਾ ਹੈ ਤੇ ਤੁਹਾਡੀ ਕਿਸ ਵਿਅਕਤੀ ਵਿਸ਼ੇਸ਼ ਨਾਲ ਗੱਲਬਾਤ ਹੁੰਦੀ ਹੈ ਤੇ ਉਹਨਾਂ ਦਾ ਐਟੀਟਿਊਡ ਕੀ ਸੀਗਾ ਰਾਮ ਰਹੀਮ ਨੂੰ ਲੈ ਕੇ, ਕੌਮੀ ਮਸਲਿਆਂ ਨੂੰ ਲੈ ਕੇ ਤੁਹਾਡੀ ਰਾਏ ਕਿਸ ਤਰ੍ਹਾਂ ਦੀ ਲਈ ਗਈ ਤੇ ਕਿਸ ਬੰਦੇ ਨੇ ਲਈ? ਦੇਖੋ, ਮੇਰੇ ਕੋਲੋਂ ਤਾਂ ਜਿਹੜਾ ਮੈਨੂੰ ਅਪਰੋਚ ਕੀਤਾ ਸੀਗਾ, ਮੈਨੂੰ ਤਾਂ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਵੀ ਮਿਲਿਆ ਸੀਗਾ ਜੀ। ਉਹਨਾਂ ਦੇ ਘਰ ਦੀ ਗੱਲ ਹੈ, 9 ਸੈਕਟਰ ਕੋਠੀ ਦੀ ਗੱਲ ਹੈ। ਹਾਂਜੀ ਜੀ। ਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਵੀ ਜਿਹੜੇ ਆ ਜਥੇਦਾਰ, ਕਿਉਂਕਿ ਮੇਰੇ ਨਾਲ ਪੁਰਾਣੇ ਸਾਰੇ ਜਥੇਦਾਰ ਸੀ, ਮੈਨੂੰ ਬਹੁਤ ਪੁਰਾਣਾ ਲਿਖਣ ਦਾ ਸ਼ੌਕ ਹੈ ਤੇ ਮੈਂ ਲਿਖਦਾ ਵੀ ਆਪਣੇ ਧਰਮ ਬਾਰੇ ਹੀ ਹੈ ਤੇ ਨਿਰਪੱਖ ਲਿਖਦਾ ਹੈ। ਤੇ ਇਸ ਕਰਕੇ ਨਾ 2006 ਚ ਇਹਨਾਂ ਨੇ ਮੈਨੂੰ ਸ਼੍ਰੋਮਣੀ ਸਿੱਖ ਸਾਹਿਬਕਾਰ ਨਾਲ ਅਕਾਲ ਤਖਤ ਸਾਹਿਬ ਨੇ ਸਨਮਾਨਿਤ ਵੀ ਕੀਤਾ ਸੀਗਾ। ਉਹਦੇ ਲਈ ਬਾਦਲ ਸਾਹਿਬ ਦਾ ਧੰਨਵਾਦ ਵੀ ਸੀ ਕਿ ਇਹਨਾਂ ਨੇ ਇਹ ਉਦੋਂ ਇਹਨਾਂ ਦੇ ਹੁੰਦਿਆਂ ਹੀ ਉਹ ਜਿਹੜੀ ਹੈ ਨਾ ਮੱਕੜ ਸਾਹਿਬ ਪ੍ਰਧਾਨ ਸੀਗੇ ਤੇ ਮੈਨੂੰ ਤਰਨਤਾਰਨ ਇਹਨਾਂ ਨੇ ਸਨਮਾਨਿਤ ਕੀਤਾ ਸੀਗਾ। ਲੇਕਿਨ ਜਦੋਂ ਉਹ 2008 ਵਾਲੀ ਗੱਲ ਸੀ, ਉਹ ਮੈਨੂੰ ਲੇਖਕ ਹੀ ਸਾਰੇ ਹੀ ਦਾ, ਕਿਉਂਕਿ CID ਬਹੁਤ ਲੰਬਾ ਸਮਾਂ ਮੈਂ ਰਿਹਾ, ਤਕਰੀਬਨ ਸਾਰੇ ਹੀ ਜਿਹੜੇ ਹੈ ਨਾ ਪੰਥਕ ਮਸਲਿਆਂ ਬਾਰੇ ਮੇਰੀ ਰਾਏ ਲੈ ਲੈਂਦੇ। ਠੀਕ ਹੈ। ਤੇ ਮੈਂ ਜਿਹੜੀ ਆ ਉਹ ਮੇਰੇ ਕੋਲ ਜਦੋਂ ਆਇਆ ਨਾ, ਵਿਦਾਂਤੀ ਸਾਹਿਬ ਨੇ ਮੈਨੂੰ ਵਿਖਾਇਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਇਹ ਤੇ ਬਿਲਕੁਲ ਦਸਤਖਤ ਨਾ ਕਰੋ। ਮੇਰੀ ਗੱਲ ਦੀ ਹਾਮੀ ਭਰੀ ਇਹਨਾਂ ਨੇ ਪ੍ਰਸਾਦ ਪ੍ਰਿੰਸੀਪਲ ਸਿੰਘ ਸੰਧੂ ਨੇ, ਉਹਨਾਂ ਨੇ ਉਹਨਾਂ ਤੇ ਵਿਦਾਂਤੀ ਸਾਹਿਬ ਨੂੰ ਕਿਹਾ ਕਿ ਆਪਾਂ ਦਸਤਖਤ ਬਿਲਕੁਲ ਨਹੀਂ ਕਰ ਰਹੇ। ਲਾਲਪੁਰਾ ਸਾਹਿਬ ਨੇ ਕਿਹਾ ਆਪਾਂ ਇਹ ਕੰਮ ਨਾ ਕਰੀਏ। ਇਹ ਗੱਲ ਫਿਰ ਅਸੀਂ ਕਨਵੇ ਕੀਤੀ ਔਲਖ ਸਾਹਿਬ ਨੂੰ। ਉਹ ਕਹਿਣ ਲੱਗੇ ਵੀ ਚਲੋ ਜੇ ਤੁਸੀਂ ਇਹ ਬਿਲਕੁਲ ਜੇ ਨਹੀਂ ਪੰਥ ਦੇ ਹੱਥ 'ਚ ਰਹਿ ਜਾਂਦੇ। ਇਸ ਗੱਲ ਤੋਂ ਔਲਖ ਸਾਹਿਬ ਨਾਲ ਨਾਰਾਜ਼ਗੀ ਹੋਈ ਔਰ ਉਹਨਾਂ ਨੂੰ ਵਿਚਾਰਿਆਂ ਨੂੰ ਪੰਜਾਬ 'ਚੋਂ ਨਿਕਲਣਾ ਪਿਆ DGP, ਹਲੇ ਕਿ ਉਹ ਤੇ ਨਾਲ ਦਾ ਇਮਾਨਦਾਰ ਬੰਦਾ ਪੰਜਾਬ ਦੇ DGP ਨਹੀਂ ਆਇਆ। ਸਪਸ਼ਟ ਆਦਮੀ ਸੀ ਔਰ ਮੈਂ ਸਮਝਦਾ ਕੌਮ ਦੇ ਹਿੱਤ ਵਾਲਾ ਬੰਦਾ ਸੀ, ਜਿਹੜਾ ਅੱਜ ਵੀ 2 ਵੇਲੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਦੇ ਆ ਤੇ 1 ਮਹੀਨੇ 'ਚ ਇੱਕ ਜਿਹੜਾ ਸਹਿਜ ਪਾਠ ਉਹਨਾਂ ਦਾ ਮੇਰੇ ਨਾਲ ਪਰਸੋਂ ਵੀ ਗੱਲ ਕਰਦੇ ਸੀ, ਕਹਿੰਦੇ ਯਾਰ ਇਹ ਵਿਹਲਾ ਸਭਾ ਹੁਣ ਸਿਰਫ ਪਾਠ 'ਚ ਗੁਜ਼ਾਰੀਦਾ, ਸਹਿਜ ਪਾਠ ਕਰੀਦਾ। ਸੋ ਇਹ ਇਸ ਵੇਲੇ ਇਹਨਾਂ ਨੇ ਮੈਨੂੰ ਉਦੋਂ ਵੀ ਯਾਦ ਹੈ ਕੁਝ ਐਸੇ ਲੋਕ ਸੀ ਜਿਹੜੇ ਜਥੇਦਾਰ ਵਿਦਾਂਤੀ ਨੂੰ ਜ਼ੋਰ ਪਾ ਰਹੇ ਸੀ, ਤੂੰ ਕਰਦੇ ਯਾਰ ਦਸਤਖਤ, ਤੂੰ ਕਰਦੇ ਯਾਰ ਦਸਤਖਤ। ਅੱਜ ਉਹਨਾਂ ਚੋਂ ਕਈ ਤਾਂ ਵਿਰੋਧੀ ਵੀ ਤੁਰੇ ਫਿਰਦੇ ਆ ਕਿ ਨਹੀਂ ਜੀ ਹਮਨੇ ਨਹੀਂ ਕੀਤਾ, ਲੇਕਿਨ ਉਹ ਉਸ ਵੇਲੇ ਬਾਦਲ ਸਾਹਿਬ ਦੇ ਨਾਲ ਸੀ ਔਰ ਇਹ ਰਾਜੀਨਾਮਾ ਕਰਾਉਣ ਵਾਲਿਆਂ 'ਚ ਸੀਗੇ ਕਿ ਇਹਦੇ ਤੇ ਕਰਾਓ ਜੀ ਜ਼ਰੂਰ ਹੋਣਾ ਜੀ। ਸੋ ਇਹ ਗੱਲਾਂ ਦੇਖੋ, ਇਹ ਇੱਕ ਬੜਾ ਅੰਦਰ ਦੀਆਂ ਗੱਲਾਂ ਨੇ, ਸੱਚੀਆਂ ਗੱਲਾਂ ਨੇ, ਲੇਕਿਨ ਇਹ ਗੱਲ ਹੈ ਕਿ ਕੌਮ ਦੇ ਵਿੱਚ ਜਿਹੜੀ ਹੈ ਨਾ ਸੱਚ ਕਹਿਣ ਵਾਲੇ ਨੂੰ ਸਜ਼ਾ ਤਾਂ ਮਿਲ ਸਕਦੀ ਹੈ ਤੇ ਇਹ ਗੱਲ ਹੈ ਜੇ ਇਹਨਾਂ ਨੂੰ ਐਪਰੀਸੀਏਸ਼ਨ ਤਾਂ ਹੀ ਹੋਏਗੀ ਜੇ ਚੰਗੀ ਗੱਲ ਕਿਸੇ ਨੂੰ ਜਿਹੜੀ ਹੈ ਪਸੰਦ ਆਵੇ। ਸੇਖੋਂ ਸਾਹਿਬ, ਸੋ ਉਸ ਤੋਂ ਬਾਅਦ ਫਿਰ ਜਿਵੇਂ ਇਹਨਾਂ ਨੇ ਦੁਬਾਰਾ ਕੀਤਾ ਹੈ ਉਹ ਤੁਸੀਂ ਸਾਰੇ ਸਾਹਮਣੇ, ਔਰ ਲਫ਼ਜ਼ ਬਾ ਲਫ਼ਜ਼ ਉਹੀ ਹੈ ਜਿਹੜਾ ਰਾਜੀਨਾਮੇ ਦੀ ਜਿਹੜੀ ਉਹਦਾ ਮਾਫੀਨਾਮਾ ਹੈ
ਜਿਹੜਾ ਉਹਨਾਂ ਨੇ 2008 ਚ ਭੇਜਿਆ ਸੀ, ਜਿਹਨੂੰ ਅਸੀਂ ਰਿਜੈਕਟ ਕੀਤਾ ਸੀ, ਉਹੀ ਉਹਨਾਂ ਨੇ ਮੁੜ ਕੇ ਉਹਨਾਂ ਨੂੰ ਪ੍ਰਵਾਨ ਕਰਵਾਇਆ। ਸੇਖਵਾ ਸਾਹਿਬ, ਮੈਂ ਕਿਉਂਕਿ ਇਹ ਸਵਾਲ ਥੋੜਾ ਜਿਹਾ ਤੁਹਾਡੇ ਨਾਲ ਵਬਸਤਾ ਜੁੜਦਾ ਇਸ ਕਰਕੇ ਆ, ਤੁਸੀਂ ਨਾਲ ਰਹੇ ਹੋ। ਬਾਦਲ ਸਾਹਿਬ ਦੇ ਚਿਹਰੇ ਦੇ ਹਾਵ ਭਾਵ, ਉਹਨਾਂ ਦੀਆਂ ਫੀਲਿੰਗਸ, ਉਹਨਾਂ ਦੇ ਲਫ਼ਜ਼, ਉਹਨਾਂ ਦੀ ਬਾਡੀ ਲੈਂਗੁਏਜ, ਕਦੇ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਮਹਿਸੂਸ ਕੀਤਾ, ਕਦੇ ਤੁਸੀਂ ਵੇਖਿਆ ਕਿ ਜਿਵੇਂ ਇਤਿਹਾਸਕ ਗਲਤੀਆਂ, ਨਿਰੰਕਾਰੀ ਕਾਂਡ ਹੁੰਦਾ, ਉਸ ਤੋਂ ਪਹਿਲਾਂ ਨਕਸਲਾਈਟਸ ਤੇ ਮੈਂ ਬੜਾ ਲਿਟਰੇਚਰ ਪੜ੍ਹਿਆ, ਅੱਗੇ ਆਉਂਦਿਆਂ ਹੁਣ ਤੱਕ ਦੇ ਹਾਲਾਤ 'ਚ, ਜਦੋਂ ਕਿਤੇ ਤੁਸੀਂ ਪਿਛਲੇ ਸਮੇਂ 'ਚ, ਕਿਉਂਕਿ 2-3 ਸਾਲ ਪਹਿਲਾਂ ਤੱਕ ਤੁਸੀਂ ਉਹਨਾਂ ਨੂੰ ਮਿਲਦੇ ਮਿਲਾਉਂਦੇ ਰਹੇ ਹੋਗੇ, ਕਦੇ ਜ਼ਮੀਰ ਤੇ ਬੋਝ ਦੇਖਿਆ, ਕਦੇ ਮਨ ਤੇ ਅਸਰ ਦੇਖਿਆ, ਜਾਂ ਫਿਰ ਕੋਈ ਫਰਕ ਹੀ ਨਹੀਂ ਜੀ, ਇਹ ਇੰਜੀ ਹੋਣੀ, ਸਿਆਸਤ ਇੰਜੀ ਚੱਲਣੀ ਆ ਤੇ ਇਵੇਂ ਹੀ ਚੱਲਦੀ ਰਹਿਣੀ ਹੈ? ਗੱਲ ਯਾਰ ਰੰਧਾਵਾ ਸਾਹਿਬ, ਤੇ ਬਾਦਲ ਸਾਹਿਬ ਨੂੰ ਸਵਾਏ ਰੱਬ ਤੇ ਕੋਈ ਨਹੀਂ ਜਾਣ ਪਾਇਆ ਜੀ। ਉਹਨਾਂ ਦਾ ਨਾ ਤੇ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਤੁਸੀਂ ਕੋਈ ਅੰਦਾਜ਼ਾ ਲਾ ਸਕਦੇ ਹੋ, ਨਾ ਉਹਦੀਆਂ ਗੱਲਾਂ ਤੋਂ ਤੁਸੀਂ ਕੋਈ ਗੱਲ ਦਾ ਪਤਾ ਕਰ ਸਕਦੇ ਹੋ। ਉਹ ਇਹਨੂੰ ਗੁਣ ਗਿਣ ਲਓ, ਇਹਨੂੰ ਔਕਣ ਗਿਣ ਲਓ, ਜੋ ਮਰਜ਼ੀ ਉਹਨੂੰ ਕਹਿ ਲਓ, ਉਸ ਬੰਦੇ ਦੇ ਬਾਰੇ ਵਿੱਚ ਤੁਸੀਂ ਨਾ ਉਹਦੀ ਬਾਡੀ ਤੋਂ ਤੇ ਨਾ ਉਹਦੀ ਬੋਲਬਾਣੀ ਤੋਂ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਤੇ ਇਹ ਆਮੋ ਸਾਹਮਣੇ ਖੜੇ ਆ ਨਾ, ਕੋਈ ਇਹ ਗੱਲ ਹੋ ਜਾਂਦੀ ਹੈ ਤੇ ਤੁਹਾਨੂੰ ਇਹ ਵੀ ਨਹੀਂ ਉਹਨਾਂ ਨੇ ਪਤਾ ਲੱਗਣ ਦੇਣਾ ਵੀ ਤੁਹਾਡੇ ਤੇ ਖੁਸ਼ ਨੇ ਤੇ ਤੁਹਾਡੇ ਤੇ ਨਾਰਾਜ਼ ਨੇ। ਤੁਸੀਂ ਅੰਦਾਜ਼ਾ ਹੀ ਨਹੀਂ ਉਹਨਾਂ ਦਾ ਲਾ ਸਕਦੇ। ਪਰ ਮੈਂ 30-40 ਸਾਲ ਉਹਨਾਂ ਦੇ ਨਾਲ ਰਿਹਾ, ਜੋ ਮੈਂ ਉਹਨਾਂ ਨੂੰ ਅਬਜ਼ਰਵ ਕੀਤਾ, ਉਹ ਵਿਖਾਵਾ ਕੁਝ ਹੋਰ ਕਰਦੇ ਆ, ਲੇਕਿਨ ਉਹਨਾਂ ਦੇ ਜਿਹੜਾ ਅੰਦਰਲੀ ਭਾਵਨਾ ਵਾ ਨਾ, ਉਹ ਕੁਝ ਹੋ ਰਿਹਾ। ਉਹ ਦਿਨ ਰਾਤ ਦਾ ਅੰਤਰ ਆ। ਜੋ ਕਹਿੰਦੇ ਆ ਨਾ, ਉਹ ਪੰਥਕ ਗੱਲ ਕਰਨ, ਉਹ ਸਿੱਖੀ ਦੀ ਗੱਲ ਕਰਨ, ਉਹ ਧਰਮ ਦੀ ਗੱਲ ਕਰਨ, ਉਹ ਕੌਮ ਦੀ ਗੱਲ ਕਰਨ, ਉਹਨਾਂ ਦੇ ਮਨ ਵਿੱਚ ਇਹਨਾਂ ਪ੍ਰਤੀ ਕੋਈ ਵੀ ਹਮਦਰਦੀ ਨਹੀਂ। ਉਹਨਾਂ ਦੇ ਮਨ ਵਿੱਚ ਕੀ ਆ ਵੀ ਇਹ ਸਾਰੀਆਂ ਚੀਜ਼ਾਂ ਵਰਤ ਕੇ ਤੇ ਮੈਂ ਰਾਜ ਭਾਗ ਕਿਵੇਂ ਬਣਾਉਣਾ, ਸਵਾਏ ਆਪਣਾ ਰਾਜ ਭਾਗ ਬਣਾਉਣ ਤੇ ਉਹਨਾਂ ਦਾ ਦੂਜਾ ਜ਼ਿੰਦਗੀ ਦਾ ਨਿਸ਼ਾਨਾ ਹੀ ਕੋਈ ਨਹੀਂ। ਨਾ ਉਹਨਾਂ ਨੂੰ ਰੱਬ ਦੀ ਪਰਵਾਹ ਜੇ, ਨਾ ਉਹਨਾਂ ਨੂੰ ਪੰਥ ਦੀ ਪਰਵਾਹ ਜੇ, ਨਾ ਉਹਨਾਂ ਨੂੰ ਕੌਮ ਦੀ ਪਰਵਾਹ, ਨਾ ਉਹਨਾਂ ਨੂੰ ਪੰਜਾਬ ਦੀ, ਤੇ ਨਾ ਉਹਨਾਂ ਨੂੰ ਇਸ ਦੇਸ਼ ਦੀ। ਸੇਖਵਾ ਸਾਹਿਬ, ਉਹਨਾਂ ਦਾ ਕੇਵਲ ਤੇ ਕੇਵਲ ਇੱਕੋ ਨਿਸ਼ਾਨਾ ਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਨੀ ਚਾਹੀਦੀ ਆ। ਚਲੋ ਮੈਂ ਇੱਥੇ ਇਹ ਵੀ ਕਹਿ ਦੂੰਗਾ ਕਿ ਕੋਈ ਸਰਕਾਰ ਬਣਾਉਣਾ ਗੁਨਾਹ ਨਹੀਂ, ਸਰਕਾਰ ਬਣਾਓ ਜੀ ਸਕੇ, ਲੋਕੀ 100 ਪਾਪੜ ਵੇਲ ਕੇ ਬਣਾਉਂਦੇ, ਇਹ ਵੀ ਵੇਲ ਲੈਂਦੇ ਨੇ, ਲੇਕਿਨ ਉਹ ਸਰਕਾਰ ਬਣਾ ਕੇ ਕੋਈ ਪੰਜਾਬ ਦਾ ਕਰੇ, ਕੋਈ ਦੇਸ਼ ਦਾ ਕਰੇ, ਕੋਈ ਖਾਲਸਾ ਪੰਥ ਦਾ ਕਰੇ, ਕੋਈ ਸਿੱਖ ਕੌਮ ਦਾ ਕਰੇ, ਕੋਈ ਧਰਮ ਦਾ ਕਰੇ, ਕੁਝ ਕਰੇ ਤੇ ਸਹੀ। ਸੇਖਵਾ ਸਾਹਿਬ, ਇੱਕ ਸਵਾਲ, ਇੱਕ ਮਿੰਟ ਸਰ, ਉਹ ਸਰਕਾਰ ਬਣਾ ਕੇ ਇਹਨਾਂ ਚੀਜ਼ਾਂ ਨੂੰ ਤੇ ਬਿਲਕੁਲ ਭੁੱਲ ਜਾਂਦੇ ਆ। ਕੇਵਲ ਤੇ ਕੇਵਲ ਆਪਣੇ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ ਸਾਰੇ ਯਤਨ ਹੁੰਦੇ ਨੇ, ਬਾਕੀ ਗੱਲਾਂ ਜਿਹੜੀਆਂ ਸਾਰੀਆਂ ਵਿਖਾਵੇ ਵਾਸਤੇ ਜਾਂ ਅਗਲੀ ਸਰਕਾਰ ਬਣਾਉਣ ਵਾਸਤੇ। ਅੱਜ ਅਸੀਂ ਆਹ ਕੰਮ ਕਰ ਦਿਆਂਗੇ ਤੇ ਅਗਲੀ ਸਰਕਾਰ ਸਾਡੀ ਬਣ ਜੂਗੀ, ਇੱਥੇ ਤੱਕ ਉਹਨਾਂ ਦੀ ਸੋਚ ਜੋ ਮੈਂ ਉਹਨਾਂ ਨੂੰ ਅਬਜ਼ਰਵ। ਇਹਦੇ ਨਾਲ ਹੀ ਬੜਾ ਨੇੜੇ ਦਾ ਸਵਾਲ ਹੈ। ਉਹ ਸਵਾਲ ਇਹ ਹੈ ਕਿ ਮੈਨੂੰ ਕਿਤੇ ਕਿਤੇ ਇੰਜ ਲੱਗਦਾ ਹੈ ਕਿ ਉਹ ਬਹੁਤ ਸੈਲਫ ਸੈਂਟਰਡ ਨੇ, ਔਰ ਉਹ ਇੱਥੋਂ ਤੱਕ ਕਿ ਆਪਣੇ ਮੁੰਡੇ ਨੂੰ ਵੀ ਮੁੱਖ ਮੰਤਰੀ ਨਹੀਂ ਉਹਨਾਂ ਨੇ ਬਣਾਇਆ ਤਾਂ ਕਿ ਮੇਰੀ ਜਿਹੜੀ ਟਰਮ ਆ ਹੋਰ ਵੱਧ ਸਕੇ, ਮੈਂ ਇਤਿਹਾਸ ਬਣਾ ਸਕਾਂ ਨਿੱਜੀ ਤੌਰ ਤੇ, ਵਿਅਕਤੀਗਤ ਤੌਰ ਤੇ। ਜੇ ਉਹ ਚਾਹੁੰਦੇ ਤੇ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਮੁੱਖ ਮੰਤਰੀ ਸਥਾਪਿਤ ਕਰ ਸਕਦੇ ਸੀ ਸਮਾਂ ਰਹਿੰਦਿਆਂ 2-3-4 ਸਾਲ ਪਹਿਲਾਂ। ਮੈਨੂੰ ਕਿਤੇ ਇਹ ਸਵਾਲ ਵੀ ਬੜਾ ਜ਼ਰੂਰੀ ਤੁਹਾਡੇ ਤੋਂ ਪੁੱਛਣਾ ਕਿ ਕਦੇ ਇੰਜ ਵੀ ਗੱਲ ਹੋਈ ਕਿ ਸੁਖਬੀਰ ਜਾਂ ਚਾਹੁੰਦੇ ਘਰ ਦੇ ਵਿੱਚ ਗੱਲ ਚੱਲਦੀ ਹੋਵੇ ਲੇਕਿਨ ਬਾਦਲ ਸਾਹਿਬ ਟਾਈਮ ਪਾਸ ਕਰਦੇ ਰਹੇ, ਟਾਲਦੇ ਰਹੇ? ਦੇਖੋ, ਇੱਕ ਗੱਲ ਮੈਂ ਕਹੂੰਗਾ ਵੀ ਉਹਨਾਂ ਦੀ ਆਬਜ਼ਰਵੇਸ਼ਨ ਬੜੀ ਆ। ਉਹਨਾਂ ਨੂੰ ਜਿੰਨਾ ਚਿਰ 100% ਯਕੀਨ ਨਾ ਹੋ ਜਾਵੇ ਆਹ ਕੰਮ ਹੁਣ ਬਿਲਕੁਲ ਠੀਕ ਹੋ ਗਿਆ ਤੇ ਹੁਣ ਇਹ ਬਿਲਕੁਲ ਕਾਮਯਾਬੀ ਹੋਊਗੀ, ਉਹਨਾਂ ਚਿਰ ਉਹ ਦੂਜਾ ਐਕਸ਼ਨ ਕੋਈ ਨਹੀਂ ਲੈਂਦੇ। ਉਹ ਇਹ ਸਮਝਦੇ ਸੀ ਕਿ ਸੁਖਬੀਰ ਕੋਲ ਅਜੇ ਕੰਮ ਚੱਲਣਾ ਨਹੀਂ, ਜਿਹੜੀ ਕਿ ਉਹਨਾਂ ਦੀ ਮੈਂ ਸਮਝਦਾ ਗੱਲ ਠੀਕ ਸੀ। ਉਹਨਾਂ ਨੇ ਇਹ ਅਬਜ਼ਰਵ ਕੀਤਾ ਵੀ ਸੁਖਬੀਰ ਅਜੇ ਸਾਰਾ ਕੰਮ ਚਲਾ ਨਹੀਂ ਸਕਦਾ, ਪ੍ਰਧਾਨ ਵੀ ਉਹਨੂੰ ਬਣਾਇਆ ਤੇ ਕੰਮ ਸਿਖਾਉਣ ਵਾਸਤੇ ਬਣਾਇਆ। ਤੇ ਜੇ ਉਹਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਤੇ ਤਾਂ ਵੀ ਉਹ ਪ੍ਰਸ਼ਾਸਨਿਕ ਕੰਮ ਸਿਖਾਉਣ ਵਾਸਤੇ ਬਣਾਇਆ। ਲੇਕਿਨ ਉਹਨਾਂ ਦੀ ਤਸੱਲੀ ਨਹੀਂ ਹੋਈ ਵੀ ਇਹ ਕੰਮ ਚਲਾ ਵੀ ਲਊ। ਇਸ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਅਜੇ ਇਹ ਤੋਂ ਸਾਂਭਿਆ ਨਹੀਂ ਜਾਣਾ, ਇਹਦੇ ਤੋਂ ਗਲਤੀਆਂ ਹੋਣਗੀਆਂ। ਔਰ ਇਹ ਗੱਲ ਸੱਚੀ ਸੀ, ਕਿਉਂਕਿ ਸੁਖਬੀਰ ਨੂੰ ਨਾ ਪੰਜਾਬ ਦੀ ਹਿਸਟਰੀ ਦਾ ਕੋਈ ਪਤਾ,
ਨਾ ਖਾਲਸਾ ਪੰਥ ਦੇ ਫਲਸਫੇ ਦਾ ਪਤਾ, ਨਾ ਕਿਸੇ ਮਰਿਆਦਾ ਦਾ ਪਤਾ। ਉਹ ਬੰਦਾ ਬਾਹਰ ਪੜ੍ਹਿਆ ਲਿਖਿਆ ਬੰਦਾ, ਹਾਂ ਮੈਂ ਕਈ ਵਾਰੀ ਇਹ ਗੱਲ ਕਹੀ ਆ ਕਿ ਉਹ ਮੈਨੇਜਰ ਵਧੀਆ ਵਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਮੈਨੇਜਰ ਵਧੀਆ ਲੇਕਿਨ ਉਹ ਲੀਡਰ ਵਧੀਆ ਨਹੀਂ। ਉਹ ਲੀਡਰ ਨਹੀਂ ਬਣ ਸਕਦਾ, ਉਹਦੇ ਚ ਲੀਡਰਸ਼ਿਪ ਵਾਲੇ ਗੁਣ ਨਹੀਂ। ਮੈਨੇਜਰ ਵਾਲੇ ਗੁਣ ਹੈਗੇ ਆ, ਉਹ ਮੈਨੇਜਮੈਂਟ ਚੰਗੀ ਕਰ ਸਕਦਾ ਜੀ। ਲੇਕਿਨ ਬਾਦਲ ਸਾਹਿਬ ਤੇ ਮੇਰਾ ਖਿਆਲ ਤਸੱਲੀ ਨਹੀਂ ਹੋਈ ਕਿ ਉਹ ਬੰਦਾ ਸਰਕਾਰ ਚਲਾ ਲਊਗਾ, ਉਹਨਾਂ ਤਾਂ ਨਹੀਂ ਸ਼ੁਰੂ ਬਣਾਇਆ। ਬਹੁਤ ਮਿਹਰਬਾਨੀ ਸੇਖਵਾ ਸਾਹਿਬ। ਜਾਂਦੇ ਜਾਂਦੇ ਕੋਈ ਗੱਲ ਲਾਲਪੁਰਾ ਸਾਹਿਬ ਕਰਨੀ ਚਾਹੋ, ਕਿਉਂਕਿ ਸਮਾਂ ਬੜਾ ਹੋ ਗਿਆ, ਅਸੀਂ ਲਗਭਗ 45 ਮਿੰਟ ਕ੍ਰਾਸ ਕਰ ਗਏ ਹਾਂ ਜੀ। ਦੇਖੋ ਬੇਨਤੀ ਇਹ ਹੈ ਕਿ ਕਦੇ ਲੇਟ ਨਹੀਂ ਹੋਈਦਾ, ਨਾ ਕੌਮਾਂ ਜਿਹੜੀਆਂ ਨਿਰਾਸ਼ਤਾ ਨਾਲ ਚੱਲ ਸਕਦੀਆਂ ਤੇ ਚੜ੍ਹਦੀ ਕਲਾ ਦੀ ਗੱਲ ਹੈ। ਸਾਡੇ ਕੋਲ ਹਲੇ ਵੀ ਬੜਾ ਮਟੀਰੀਅਲ ਪਿਆ, ਬੜੇ ਅੱਛੇ ਅੱਛੇ ਵਿਦਵਾਨ ਲੋਕ ਬੈਠੇ ਆ, ਜਿਹੜੇ ਲੋਕਾਂ ਨੇ ਕੌਮ ਨੂੰ ਪਹਿਲਾਂ ਗੁੰਮਰਾਹ ਕੀਤਾ, ਕੌਮ ਦਾ ਨੁਕਸਾਨ ਪਹੁੰਚਾਇਆ। ਮੇਰਾ ਮਤਲਬ ਰਾਜਸੀ ਆਗੂਆਂ ਦੇ ਕੱਲਿਆਂ ਦੇ ਨਹੀਂ, ਉਹਨਾਂ ਵਿਦਵਾਨਾਂ ਦੇ ਵੀ ਹੈਗਾ ਜਿਹੜੇ ਝੂਠੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਆ ਜੀ। ਹਾਂਜੀ, ਉਹਨਾਂ ਜਿਹੜੇ ਪੱਤਰਕਾਰ ਵੀਰ ਵੀ ਕੁਝ ਹੈਗੇ ਆ ਜਿਨ੍ਹਾਂ ਨੇ ਕੌਮ ਦੀ ਅਸਲ ਨਬਜ਼ ਨਹੀਂ ਦੇਖੀ, ਉਹਨਾਂ ਨੂੰ ਜਿਹੜੇ ਆਗੂਆਂ ਨੂੰ ਗਲਤ ਰਾਹ ਪਾਉਂਦੇ ਰਹੇ। ਇਹਨਾਂ ਸਾਰਿਆਂ ਨੂੰ ਪਿੱਛੇ ਕਰਕੇ ਨਾ ਅੱਛੇ ਲੋਕਾਂ ਕੋਲ ਆਪ ਜਾਣਾ ਪੈਣਾ, ਉਹਨਾਂ ਨੂੰ ਮਿਲ ਕੇ ਉਹਨਾਂ ਦੀ ਸਲਾਹ ਲੈ ਕੇ, ਉਹਨਾਂ ਦਾ ਜਿਹੜੀ ਐਡਵਾਈਸ ਲੈ ਕੇ ਤੁਸੀਂ ਜਿਹੜੀ ਇਹ ਕੌਮ ਨੂੰ ਸਾਨੂੰ ਅੱਗੇ ਵਧਾਉਣ ਬਾਰੇ ਸੋਚਣਾ ਚਾਹੀਦਾ, ਕਿਉਂਕਿ ਕੌਮ ਦੇ ਲਈ ਅਸੀਂ ਸਾਰੇ ਹੀ ਬਰਾਬਰ ਦੇ ਜ਼ਿੰਮੇਵਾਰ ਵੀ ਹਾਂ ਤੇ ਹਿੱਸੇਦਾਰ ਵੀ ਹਾਂ। ਤੇ ਜੇ ਸਾਡੀ ਕੌਮ ਇੰਨੀ ਬਹਾਦਰ ਕੌਮ ਥੱਲੇ ਜਾਂਦੀ ਹੈ, ਇੰਨੀ ਸੇਵਾਦਾਰ ਕੌਮ ਥੱਲੇ ਜਾਂਦੀ ਹੈ, ਤੇ ਮੈਂ ਸਮਝਦਾ ਇਹਦੇ ਲਈ ਗੁਨਾਹ ਅਸੀਂ ਆ। ਤੇ ਅਸੀਂ ਗੁਰੂ ਸਾਹਿਬ ਦੇ ਦਰਬਾਰ 'ਚ ਜਦੋਂ ਅਕਾਲ ਪੁਰਖ ਦੀ ਦਰਗਾਹ ਪੇਸ਼ ਹੋਵਾਂਗੇ ਨਾ, ਤੇ ਸਾਨੂੰ ਸਜ਼ਾ ਮਿਲਣੀ ਹੈ। ਗੁਰੂ ਸਾਹਿਬ ਨੇ ਮਾਰ ਨਹੀਂ ਦੇਣਾ, ਗੁਰੂ ਦੇ ਪੁੱਤਰ ਬਣ ਕੇ ਗੁਰੂ ਦੇ ਰਾਹ ਤੇ ਚੱਲਣਾ ਚਾਹੀਦਾ। ਮੈਂ ਤਾਂ ਇੰਨੀ ਗੱਲ ਦੀ ਬੇਨਤੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਖਵਾ ਸਾਹਿਬ ਤੁਹਾਡਾ ਵੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।